ਹੈਲੋ ਸਟੂਡੈਂਟਸ ਸਾਰਿਆਂ ਨੂੰ ਜਿਹੜੇ ਵੀ ਬੱਚੇ ਪਟਵਾਰੀ ਦੇ ਪੇਪਰ ਦੀ ਤਿਆਰੀ ਕਰ ਰਹੇ ਹੋ ਕਿ ਐਗਜ਼ਾਮ ਹੁਣ ਕਾਫੀ ਨੀਅਰ ਆ ਗਿਆ ਵਾ। ਠੀਕ ਹੈ, ਲਾਸਟ ਟਾਈਮ ਜਿਹੜਾ ਪੰਜਾਬ ਪਟਵਾਰੀ ਦਾ ਪੇਪਰ ਹੋਇਆ ਸੀ ਉਹਦੇ ਮੇਨਸ ਐਗਜ਼ਾਮ ਦੇ ਵਿੱਚ ਜੋ ਕੁਆਂਟ ਆਈ ਸੀਗੀ, ਠੀਕ ਹੈ, ਉਹਨੂੰ ਅੱਜ ਡਿਸਕਸ ਕਰਾਂਗੇ ਕੁਆਂਟ ਨੂੰ। ਠੀਕ ਹੈ, ਚਲੋ ਪਹਿਲੇ ਕੁਐਸਚਨ ਤੋਂ ਸਟਾਰਟ ਕਰਦੇ ਹਾਂ। ਫਰਸਟ ਕੁਐਸਚਨ ਕੀ ਕਹਿ ਰਿਹਾ ਵਾ ਕਿ ਇਫ 78 ਸਟਾਰ 3945 ਇਜ਼ ਡਿਵਿਜ਼ੀਬਲ ਬਾਈ 11 ਵੇਅਰ ਸਟਾਰ ਇਜ਼ ਅ ਡਿਜਿਟ ਦੈਨ ਸਟਾਰ ਇਜ਼ ਇਕੁਅਲ ਟੂ ਵਿਚ ਨੰਬਰ। ਉਹ ਕਹਿ ਰਿਹਾ ਕਿ ਇੱਕ ਨੰਬਰ ਹੈਗਾ ਵਾ, ਅਗਰ ਇਹ 11 ਤੋਂ ਡਿਵਿਜ਼ੀਬਲ ਹੈਗਾ ਵਾ ਤੇ ਦੱਸੋ ਸਟਾਰ ਦੀ ਵੈਲਿਊ ਕੀ ਹੋਊਗੀ। ਦੇਖੋ 11 ਦਾ ਡਿਵਿਜ਼ੀਬਿਲਟੀ ਰੂਲ ਕੀ ਕਹਿੰਦਾ ਵਾ ਕਿ ਜਿਹੜੇ ਆਲਟਰਨੇਟ ਨੰਬਰਸ, ਮੈਨੂੰ ਕੰਪਲੀਟ ਨੰਬਰ ਜਿਹੜਾ ਸਾਨੂੰ ਪੂਰਾ ਨੰਬਰ ਮਿਲਦਾ, ਜਿਹੜੇ ਆਲਟਰਨੇਟ ਨੰਬਰਸ ਜਾਂ ਆਲਟਰਨੇਟ ਡਿਜਿਟਸ ਹੈਗੇ ਆ ਉਹਨਾਂ ਦਾ ਸਮ ਕਰਕੇ ਮੈਂ ਆਪਸ ਦੇ ਵਿੱਚ ਉਹਨਾਂ ਨੂੰ ਮਾਈਨਸ ਕਰੂੰਗਾ। ਜਾਂ ਤਾਂ ਮੇਰਾ ਡਿਫਰੈਂਸ 0 ਆਉਣਾ ਚਾਹੀਦਾ ਵਾ ਜਾਂ ਮਲਟੀਪਲ ਆਫ 11। ਅਗਰ ਮੇਰਾ ਆਨਸਰ 0 ਦੇ ਮਲਟੀਪਲ ਆਫ 11 ਆ ਗਿਆ ਤੇ ਮੇਰੀ ਡਿਵਿਜ਼ੀਬਿਲਟੀ 11 ਦੇ ਨਾਲ ਹੋ ਜਾਊਗੀ। ਕਿਉਂਕਿ ਇਹ ਨੰਬਰ 11 ਤੋਂ ਡਿਵਿਜ਼ੀਬਲ ਹੈ, ਠੀਕ ਹੈ, ਮੈਂ ਉਹੀ ਕੰਡੀਸ਼ਨ ਨੂੰ ਸੈਟੀਸਫਾਈ ਕਰਾਉਂਗਾ। ਦੇਖੋ ਆਲਟਰਨੇਟ ਦੇਖਦੇ 7 ਦੇ 7 ਦੇ ਆਲਟਰਨੇਟ ਕੀ ਹੈਗਾ ਸਟਾਰ, ਇਹਦੇ ਆਲਟਰਨੇਟ ਕੀ ਹੈ 9, ਇਹਦੇ ਆਲਟਰਨੇਟ ਕੀ ਹੈ 5, 9 8 ਦੇ ਆਲਟਰਨੇਟ 3, 3 ਦੇ ਆਲਟਰਨੇਟ ਹੈਗਾ 4। ਹੁਣ ਦੇਖੋ 7 ਤੇ ਸਟਾਰ ਨੂੰ ਪਲੱਸ ਕਰਨਾ, ਚਲੋ 7 ਔਰ 9 16, 16 ਔਰ 5 ਕਿੰਨੇ ਹੁੰਦੇ 21। ਸੋ ਉੱਪਰ ਆ ਗਿਆ ਮੇਰੇ ਕੋਲ 21 ਪਲੱਸ ਸਟਾਰ। ਠੀਕ ਹੈ, ਸਟਾਰ ਦੀ ਵੈਲਿਊ ਪੁੱਟ ਕਰਾਂਗੇ ਇੱਥੇ। ਥੱਲੇ ਵਾਲੇ ਚ ਦੇਖੋ 8 ਪਲੱਸ 3 11, 11 ਤੇ 4 ਕਿੰਨੇ ਹੋ ਗਏ 15, ਇੱਕ ਆ ਗਿਆ 15। ਹੁਣ ਇਹਨਾਂ ਦਾ ਡਿਫਰੈਂਸ ਜਿਹੜਾ ਵਾ ਨਾ ਮੇਰੇ ਕੋਲ ਉਹ ਕਿੰਨਾ ਆਉਣਾ ਚਾਹੀਦਾ ਵਾ 11 ਜਾਂ 0। ਦੇਖੋ 0 ਤਾਂ ਆ ਨਹੀਂ ਸਕਦਾ ਕਿਉਂਕਿ ਮੈਂ ਨੰਬਰ ਇਹਦੇ ਵਿੱਚ ਕੋਈ ਨਾ ਕੋਈ ਐਡ ਕਰਨਾ, ਅਗਰ ਮੈਂ 0 ਵੀ ਐਡ ਕਰ ਦਵਾਂ ਇੱਥੇ ਤਾਂ ਨੰਬਰ ਪੋਜ਼ਿਟਿਵ ਹੀ ਆਊਗਾ, 0 ਨਹੀਂ ਆ ਸਕਦਾ। ਠੀਕ ਹੈ, ਇਸ ਲਈ ਹੁਣ ਮੈਨੂੰ 11 ਦੀ ਜਿਹੜੀ ਕੰਡੀਸ਼ਨ ਉਹ ਸੈਟੀਸਫਾਈ ਕਰਨੀ ਪਊਗੀ। ਐਦਾਂ ਦਾ ਕਿਹੜਾ ਨੰਬਰ ਹੈ ਜਿਹਦੇ ਚੋਂ ਮੈਂ 15 ਨੂੰ ਕੱਢਾਂ ਤੇ 11 ਆ ਜਾਏ। 26 ਨੰਬਰ, 26 ਚੋਂ ਅਗਰ ਮੈਂ 15 ਕੱਢ ਦੂੰਗਾ ਤੇ 11 ਆ ਜਾਊਗਾ। ਠੀਕ ਹੈ, 15 ਮਾਈਨਸ ਕਰਨਾ। ਹੁਣ 21 ਦੇ ਵਿੱਚ ਮੈਂ ਕੀ ਐਡ ਕਰਾਂ ਕਿ ਮੇਰੇ ਕੋਲ 26 ਆ ਜਾਏ। ਉੱਪਰ ਮੈਂ ਨੰਬਰ 26 ਬਣਾਉਣਾ ਵਾ, ਇਹਦਾ ਮਤਲਬ ਇਹ 'ਚ ਮੈਂ 5 ਐਡ ਕਰੂੰਗਾ, 21 5 26। 26 ਚੋਂ ਅਗਰ ਮੈਂ 15 ਮਾਈਨਸ ਕਰਾਂ ਤੇ 11 ਤੇ ਇਹ ਨੰਬਰ ਜਿਹੜਾ ਵਾ 11 ਦੀ ਡਿਵਿਜ਼ੀਬਿਲਟੀ ਰੂਲ ਨੂੰ ਸੈਟੀਸਫਾਈ ਕਰ ਜਾਊਗਾ। ਸੋ ਮੇਰਾ ਆਨਸਰ ਸਟਾਰ ਦੀ ਜਗ੍ਹਾ ਤੇ ਕੀ ਆਣਾ ਵਾ 5। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। The least number of square tiles required to pave the ceiling of the room 15 meter 17 centimeter and 9 meter 2 centimeter broad is। ਕਹਿੰਦਾ ਸਕੁਅਰ ਟਾਈਲਸ ਲਗਾਉਣੀਆਂ ਵਾ, ਲੀਸਟ ਨੰਬਰ ਆਫ ਸਕੁਅਰ ਟਾਈਲਸ ਕਿੰਨੀਆਂ ਲੱਗੂਗੀਆਂ ਇੰਨੇ ਲੈਂਥ ਤੇ ਬ੍ਰੈਂਥ ਦੇ ਏਰੀਏ ਦੇ ਵਿੱਚ। ਦੇਖੋ ਜਦੋਂ ਵੀ ਇਹਦਾ ਦਾ ਕੁਐਸਚਨ ਆਉਂਦਾ ਨਾ, ਅਸੀਂ ਕੀ ਕਰਨਾ ਹੁੰਦਾ ਵਾ, ਇਹਦੇ ਵਿੱਚ ਸਾਨੂੰ ਹਾਈਐਸਟ ਕਾਮਨ ਫੈਕਟਰ ਲੱਭਣਾ ਹੁੰਦਾ ਵਾ। ਠੀਕ ਹੈ, ਆਪਾਂ ਕੀ ਕਰਾਂਗੇ, ਕਿਉਂ ਇਹਨੂੰ ਆਪਾਂ ਸੈਂਟੀਮੀਟਰ 'ਚ ਕਨਵਰਟ ਕਰ ਲਾਂਗੇ ਦੋਨਾਂ ਨੂੰ। ਠੀਕ ਹੈ, ਹਾਈਐਸਟ ਕਾਮਨ ਫੈਕਟਰ ਥੋੜਾ ਜਿਹਾ ਟਿਪੀਕਲ ਕੁਐਸਚਨ ਸੀਗਾ ਕਿਉਂਕਿ ਇਹਦੇ ਵਿੱਚ ਜਦੋਂ ਆਪਾਂ ਹਾਈਐਸਟ ਕਾਮਨ ਫੈਕਟਰ ਕਰਕੇ ਡਿਵਾਈਡ ਕਰਨਾ ਵਾ ਤੇ ਜੋ ਨੰਬਰ ਨਾਲ ਜਿਸ ਨੰਬਰ ਨਾਲ ਡਿਵਾਈਡ ਹੋ ਰਿਹਾ ਵਾ ਉਹ ਇੱਕ ਤਾਂ ਪ੍ਰਾਈਮ ਨੰਬਰ ਹੈ। ਕੁਝ ਪ੍ਰਾਈਮ ਨੰਬਰ ਕੀ ਹੈ, ਕਾਫੀ ਅੱਗੇ ਵਾਲਾ ਪ੍ਰਾਈਮ ਨੰਬਰ ਹੈ, ਜੋ ਛੋਟੇ ਪ੍ਰਾਈਮ ਨੰਬਰਸ ਹੁੰਦੇ ਉਹਨਾਂ ਵਿੱਚੋਂ ਨਹੀਂ ਹੈਗਾ। ਸੋ ਇਹਨੂੰ ਮੈਂ ਲਿਖਤਾ 1517 ਤੇ ਇਹਨੂੰ ਮੈਂ ਲਿਖਤਾ 902। ਹੁਣ ਇਦਾਂ ਦਾ ਕੋਈ ਨੰਬਰ ਲੱਭਣਾ ਵਾ ਜਿਹਦੇ ਨਾਲ ਇਹ ਦੋਨੋਂ ਨੰਬਰ ਡਿਵਾਈਡ ਹੋਣ। ਹਾਈਐਸਟ ਕਾਮਨ ਫੈਕਟਰ ਦਾ ਡਿਵਿਜ਼ਿਬਿਲਟੀ ਰੂਲ ਕਰੀਏ ਤੇ ਕਿਹੜਾ ਨੰਬਰ ਲਈਦਾ ਵਾ ਜਿਹੜਾ ਦੋਨਾਂ ਦੇ ਨਾਲ ਡਿਵਾਈਡ ਹੋ ਜਾਏ। ਠੀਕ ਹੈ, ਜੋ ਮੇਰੇ ਕੋਲ ਨੰਬਰ ਆਣਾ ਉਹ ਹੈਗਾ ਵਾ 41। 41 ਦੇ ਨਾਲ ਅਗਰ ਮੈਨੂੰ ਡਿਵਾਈਡ ਕਰਾਂ ਤੇ ਮੇਰੇ ਕੋਲ ਆਊਗਾ 37 ਇੱਥੇ ਤੇ ਇੱਥੇ ਆਊਗਾ 22। ਦੇਖੋ ਹੁਣ 41 ਕੀ ਆ, 37 ਕੀ ਹੈ, 22 ਕੀ ਹੈ, ਇਹਨੂੰ ਜਾਣਨਾ ਵੀ ਬਹੁਤ ਜ਼ਰੂਰੀ ਆ। ਜਦੋਂ ਵੀ ਮੈਂ ਇਹਨਾਂ ਨੂੰ ਜਦੋਂ ਵੀ ਮੈਂ ਇੱਕ ਨੰਬਰ ਲੱਭ ਰਿਹਾ ਵਾਂ ਜਿੰਨਾ ਇਹ ਦੋਨੋਂ ਡਿਵਾਈਡ ਹੋ ਰਿਹਾ ਹੈ, ਠੀਕ ਹੈ, ਹੁਣ ਫਰਦਰ ਡਿਵਾਈਡ ਨਹੀਂ ਹੋਣਗੇ ਕਿਉਂਕਿ 37 ਵੀ ਪ੍ਰਾਈਮ ਨੰਬਰ ਆ ਗਿਆ, ਇਹ ਫਰਦਰ ਡਿਵਾਈਡ ਨਹੀਂ ਹੋਊਗਾ। ਠੀਕ ਹੈ, ਹੁਣ ਦੇਖੋ ਹੁਣ ਜੋ 41 ਇੱਥੇ ਮੇਰੇ ਕੋਲ ਆ ਗਿਆ ਨਾ, ਉਹ ਆਪਾਂ ਹਾਈਐਸਟ ਕਾਮਨ ਫੈਕਟਰ ਲੱਭ ਲਿਆ। ਹਾਈਐਸਟ ਕਾਮਨ ਫੈਕਟਰ ਹੀ ਲੱਭ ਰਹੇ ਸੀਗੇ ਤੇ ਹਾਈਐਸਟ ਕਾਮਨ ਫੈਕਟਰ ਆ ਗਿਆ ਮੇਰੇ ਕੋਲ 41। ਹੁਣ ਐਕਚੁਅਲੀ ਵੀ 41 ਹੈ ਕੀ ਚੀਜ਼ ਆ, ਦੇਖੋ ਅਸੀਂ ਲਗਾਣੀਆਂ ਵਾ ਸਕੁਅਰ ਟਾਈਲਸ, ਅਸੀਂ ਲਗਾਣੀਆਂ ਵਾ ਸਕੁਅਰ ਟਾਈਲਸ। ਹੁਣ ਸਕੁਅਰ ਟਾਈਲਸ ਦੀ ਮੈਨੂੰ ਈਚ ਸਾਈਡ ਪਤਾ ਹੋਣੀ ਚਾਹੀਦੀ ਹੈ। ਅਗਰ ਈਚ ਸਾਈਡ ਪਤਾ ਹੋਊਗੀ ਤਾਂ ਮੈਂ ਏਰੀਆ ਕੱਢ ਲੂੰਗਾ ਹਰ ਟਾਈਲ ਦਾ। ਹਰ ਟਾਈਲ ਦਾ ਏਰੀਆ ਅਗਰ ਮੇਰੇ ਕੋਲ ਨਿਕਲ ਗਿਆ ਕਿ ਇੱਕ ਟਾਈਲ ਦਾ ਏਰੀਆ ਕਿੰਨਾ ਵਾ, ਟੋਟਲ ਏਰੀਆ ਨੇ ਤੁਹਾਨੂੰ ਮਲਟੀਪਲਾਈ ਕਰਕੇ ਉਹਨੂੰ ਮੈਂ ਟਾਈਲ ਦੇ ਏਰੀਆ ਨਾਲ ਡਿਵਾਈਡ ਕਰੂੰਗਾ, ਮੇਰੇ ਕੋਲ ਨੰਬਰ ਆਫ ਟਾਈਲਸ ਆ ਜਾਊਗੀਆਂ। ਐਕਚੁਅਲ ਦੇ ਵਿੱਚ ਜਿਹੜਾ 41 ਇੱਥੇ ਆਇਆ ਵਾ ਨਾ, ਉਹ ਸਾਈਡ ਆਫ ਦਾ ਸਕੁਅਰ ਆਇਆ ਵਾ। ਜਿਹੜੀ ਸਕੁਅਰ ਟਾਈਲ ਮੈਂ ਲਗਾਣੀ ਆ, ਜਿਹੜੀ ਸਕੁਅਰ ਟਾਈਲ ਮੈਂ ਇੱਕ ਲਗਾਣੀ ਆ, ਉਹਦਾ ਇੱਕ ਸਾਈਡ 41 ਆ। ਠੀਕ ਹੈ, ਇਹਦਾ ਮਤਲਬ ਕੀ ਆ ਕਿ ਮੈਂ ਹੁਣ 1517 ਇੰਟੂ 902, ਇਹ ਤਾਂ ਹੋ ਗਿਆ ਮੇਰਾ ਰੂਮ ਦਾ ਏਰੀਆ। ਇਹਨੂੰ ਕਿੰਨਾ ਡਿਵਾਈਡ ਕਰੂੰਗਾ, ਜਿਹੜੀ ਮੈਂ ਟਾਈਲ ਲਗਾ ਰਿਹਾ ਉਹਦਾ ਏਰੀਆ। ਟਾਈਲ ਦਾ ਏਰੀਆ ਕਿੰਨਾ ਹੋ ਗਿਆ 41 ਇੰਟੂ 41। ਠੀਕ ਹੈ ਜੀ, ਹੁਣ ਇਹਦੀ ਡਿਵੀਜ਼ਨ ਕਰਨੀ ਆ। ਦੇਖੋ ਇੱਥੇ ਵੀ ਐਕਚੁਅਲ ਦੇ ਵਿੱਚ ਕੀ ਹੋਇਆ ਵਾ ਕਿ ਇਹਨੂੰ ਇਸ ਨੰਬਰ ਨੂੰ 41 ਨਾਲ ਡਿਵਾਈਡ ਕਰੀਏ ਤੇ 37 ਆਊਗਾ।
ਇਹਦਾ ਮਤਲਬ ਅਗਰ ਮੈਂ 41 ਨਾਲ ਇਸ ਨੰਬਰ ਨੂੰ ਕੱਟ ਕਰਾਂ ਤੇ 37 ਆ ਗਿਆ। ਇਸ ਨੰਬਰ ਨੂੰ 902 ਨੂੰ 41 ਨਾਲ ਕੱਟ ਕੀਤਾ ਸੀ ਤਾਂ ਕਿੰਨਾ ਆ ਗਿਆ 22। ਐਕਚੁਅਲ ਦੇ ਵਿੱਚ ਕੀ ਆ, ਹੁਣ ਦੇਖੋ ਤਿੰਨੋਂ ਚੀਜ਼ਾਂ ਸਮਝਾਂਗੇ। 41 ਕੀ ਹੈਗਾ ਵਾ HCF ਹੈ ਪਲੱਸ ਟਾਈਲ ਦੀ ਇੱਕ ਸਾਈਡ ਆ ਗਈ, ਠੀਕ ਹੈ। ਜਿਹੜੇ ਥੱਲੇ ਦੋ ਨੰਬਰ ਆਉਂਦੇ ਆ, ਠੀਕ ਹੈ, ਆ ਕੀ ਹੁੰਦੇ ਆ ਐਕਚੁਅਲ ਦੇ ਵਿੱਚ, ਅਗਰ ਮੈਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰੂੰਗਾ ਤਾਂ ਨੰਬਰ ਆਫ ਟਾਈਲਸ ਆ ਜਾਣਗੀਆਂ। ਕਿੱਦਾਂ, ਇਹ ਪੂਰਾ ਏਰੀਆ ਸੀ, ਇਹਨੂੰ 41 into 41 ਨਾਲ ਡਿਵਾਈਡ ਕੀਤਾ, ਮੇਰੇ ਕੋਲ 37 ਤੇ 22 ਆ ਗਿਆ। ਅਗਰ ਮੈਂ ਇੱਥੋਂ 37 ਤੇ 22 ਨੂੰ ਸਿੱਧਾ ਮਲਟੀਪਲਾਈ ਕਰਦਾ, ਮੇਰੇ ਕੋਲ ਨੰਬਰ ਆਫ ਟਾਈਲਸ ਆਣੀ ਸੀ, ਜੋ ਇੱਥੇ ਵੀ 37 ਤੇ 22 ਨੂੰ ਮਲਟੀਪਲਾਈ ਕਰਕੇ ਹੀ ਆਉਂਗੀਆਂ, ਠੀਕ ਹੈ। 37 ਨੂੰ 22 ਨਾਲ ਮਲਟੀਪਲਾਈ ਕਰਾਂਗੇ, ਸਾਡਾ ਆਂਸਰ ਆਊਗਾ 814। 7 2s ਆ, ਦੇਖੋ 7 ਇੱਥੇ ਆ, 2 ਇਹਦੇ ਪਿੱਛੇ ਆ ਯੂਨਿਟ ਡਿਜਿਟ ਦੇ। ਅਗਰ ਮੈਂ ਮਲਟੀਪਲਾਈ ਕਰਾਂ 7 2s 14 ਹੁੰਦਾ ਵਾ, 4 ਯੂਨਿਟ ਡਿਜਿਟ ਤੇ 4 ਆਣਾ, 4 ਮੇਰਾ ਇੱਕੋ ਇੱਕ ਆਪਸ਼ਨ ਆ ਜਿਹਦੇ 'ਚ 4 ਆਊਗਾ, ਠੀਕ ਹੈ। 814। ਨੈਕਸਟ ਕੁਐਸਚਨ ਦੇਖਦੇ ਹਾਂ। ਇੱਕ ਫਾਰਮਰ ਆ, ਉਹਨੇ ਆਪਣੀ ਕਾਊਜ਼ ਨੂੰ ਡਿਵਾਈਡ ਕਰ ਦਿੱਤਾ ਆਪਣੇ ਬੱਚਿਆਂ ਦੇ ਵਿੱਚ, ਉਹ ਦੱਸਿਆ ਹੋਇਆ ਵਾ। ਕਹਿੰਦਾ ਫਸਟ ਸਾਨੂੰ ਉਹਨੇ 1/2 ਆਫ ਦਾ ਹਰਡ ਦੇ ਦਿੱਤਾ, ਸੈਕਿੰਡ ਸਾਨੂੰ ਆਪਣਾ 1/4, ਥਰਡ ਸਾਨੂੰ 1/5। ਦੇਖੋ 1/2 ਦਾ ਕੀ ਮਤਲਬ ਹੁੰਦਾ, ਟੋਟਲ ਦੇ ਵਿੱਚੋਂ 50%, ਠੀਕ ਹੈ। ਫਸਟ ਨੂੰ ਉਹਨੇ 50% ਦੇ ਦਿੱਤਾ, ਸੈਕਿੰਡ ਨੂੰ 1/4, 1/4 ਕਿੰਨਾ ਹੁੰਦਾ ਵਾ 25%, ਥਰਡ ਨੂੰ 1/5, 1/5 ਕਿੰਨਾ ਹੁੰਦਾ ਵਾ 20%, ਤੇ ਚੌਥੇ ਆਪਣੇ ਬੇਟੇ ਨੂੰ ਉਹਨੇ 7 ਕਾਊਜ਼ ਦੇਤੀਆਂ। ਦੇਖੋ ਬਾਕੀ ਸਾਰੇ ਪਰਸੈਂਟੇਜ ਦੇ ਵਿੱਚ, ਇੱਕ ਮੇਰੇ ਕੋਲ ਐਬਸੋਲੂਟ ਟਰਮਸ ਦੇ ਵਿੱਚ ਹੈਗਾ ਵਾ, ਠੀਕ ਹੈ। ਹੁਣ ਦੇਖੋ ਪਰਸੈਂਟੇਜ ਨੂੰ ਅਗਰ ਮੈਂ ਕੈਲਕੂਲੇਟ ਕਰਾਂ, 50 + 25 75 + 20 ਕਿੰਨਾ ਹੋ ਗਿਆ 95, 95%। ਇਹ ਤਿੰਨਾਂ ਆਪਣੇ ਬੱਚਿਆਂ ਨੂੰ ਉਹਨੇ 95% ਦਿੱਤਾ, ਪਲੱਸ ਇਹਨੂੰ 7 ਕਾਊਜ਼ ਦੇਤੀਆਂ। ਟੋਟਲ ਹਮੇਸ਼ਾ ਜਿਹੜਾ, ਜਦੋਂ ਆਪਾਂ ਟੋਟਲ ਨੰਬਰ ਦੇਖੀਦਾ, ਟੋਟਲ ਵੈਲਥ ਦੇਖੀਦੀ ਹੈ, ਟੋਟਲ ਕਾਊਜ਼ ਹੈ, ਕੁਝ ਵੀ ਉਹ ਬਣ ਰਿਹਾ, ਉਹ ਟੋਟਲ 100% ਹੁੰਦਾ ਵਾ। ਇਹਦਾ ਮਤਲਬ ਇਹਨਾਂ ਦੋਨਾਂ ਨੂੰ ਮਿਲਾ ਕੇ 100% ਹੈ, ਇਹ 95 ਹੈ ਤੇ 5% ਹੋਊਗਾ। 5% ਉਹਦੀਆਂ ਕਾਊਜ਼ ਜਿਹੜੀਆਂ ਵਾ ਉਹ 7 ਦੇ ਬਰਾਬਰ ਆ। ਜਿੰਨੀਆਂ ਕਾਊਜ਼ ਉਹ ਕੋ ਸੀਗੀਆਂ ਉਹਦਾ 5% 7 ਦੇ ਬਰਾਬਰ ਆ। ਦੱਸੋ ਉਹਦੇ ਕੋਲ ਟੋਟਲ ਨੰਬਰ ਆਫ ਕਾਊਜ਼ ਕਿੰਨੀਆਂ ਹੋਣਗੀਆਂ, ਮੈਂ 100% ਕੱਢਣਾ ਵਾ, 1% ਕਿਹਦੇ ਬਰਾਬਰ ਆ ਜਾਊਗਾ 7/5 ਦੇ। 1% 7/5 ਦੇ ਆ ਗਿਆ। ਅਗਰ ਮੈਂ 100% ਕੱਢਣਾ ਵਾ, ਇੱਥੇ 100 ਨਾਲ ਮਲਟੀਪਲਾਈ ਕਰ ਦੋ, 20 7 2 14, 140 ਕਾਊਜ਼ ਉਹਦੇ ਕੋਲ ਟੋਟਲ ਸੀ, ਠੀਕ ਹੈ ਜੀ। ਚਲੋ ਬੀ ਆਪਸ਼ਨ ਸਾਡਾ ਆ ਗਿਆ। ਨੈਕਸਟ ਕੁਐਸਚਨ ਕਰਦੇ ਹਾਂ। x raised to 4 + y raised to 4 17 ਦੇ ਬਰਾਬਰ ਹੈ, x + y ਜਿਹੜਾ 1 ਦੇ ਬਰਾਬਰ ਹੈ। ਜਦੋਂ ਵੀ ਇਦਾਂ ਦਾ ਕੁਐਸਚਨ ਆਵੇ, ਟਰਾਈ ਕਰੋ ਇਹ ਦੋਨਾਂ ਚੋਂ ਇੱਕ ਨੰਬਰ ਨੂੰ 1 ਦੇ ਆਸ-ਪਾਸ ਲੈਣ ਦੀ, ਕਿਉਂਕਿ ਅਗਰ 1 ਲੈ ਪਾਵਾਂਗੇ ਤਾਂ ਹੀ ਅਸੀਂ ਕਰ ਪਾਵਾਂਗੇ, ਠੀਕ ਹੈ। ਦੇਖੋ ਅਗਰ ਮੈਂ ਮੰਨ ਕੇ ਚੱਲਦਾ ਵਾਂ ਕਿ y ਨੂੰ ਮੈਂ 1 ਕੰਸੀਡਰ ਕਰ ਲਵਾਂ, 1 ਇਹ ਚੋਂ ਅਗਰ ਕੱਢ ਦਈਏ ਪਿੱਛੇ ਰਹਿ ਗਿਆ 16, 16 ਕਿਹਨੂੰ ਕਿਹੜਾ ਨੰਬਰ ਇਦਾਂ ਦਾ ਜਿਹਦੀ ਪਾਵਰ ਮੈਂ 4 ਕਰਾਂ ਤੇ 16 ਆ ਜਾਵੇ 2। ਇਹਦਾ ਮਤਲਬ x ਦੀ ਵੈਲਿਊ ਮੇਰੇ ਕੋਲ 2 ਆ ਜਾਊਗੀ। 2 2s 4, 4 2s 8, 8 2s 16। ਅਗਰ 16 ਆ ਗਿਆ ਤੇ 1 ਦਾ ਜਿੰਨੀ ਮਰਜ਼ੀ ਪਾਵਰ ਹੋਵੇ 1 ਹੀ ਹੁੰਦਾ ਵਾ, ਇਹਦਾ ਮਤਲਬ ਮੇਰੇ ਕੋਲ ਆ ਗਿਆ 17। ਪਰ ਉਸ ਹਿਸਾਬ ਨਾਲ ਅਗਰ ਮੈਂ x + y ਦੀ ਗੱਲ ਕਰਾਂ ਤੇ x2 ਆ y 1 ਆ, ਇੱਥੇ 3 ਆਣਾ ਚਾਹੀਦਾ ਸੀ, ਕੰਡੀਸ਼ਨ ਸੈਟੀਸਫਾਈ ਨਹੀਂ ਹੋ ਪਾ ਰਹੀ, ਠੀਕ ਹੈ। ਪਰ ਮੈਂ ਤੁਹਾਨੂੰ ਦੱਸਿਆ ਜਦੋਂ ਵੀ ਇਦਾਂ ਦਾ ਕੁਐਸਚਨ ਆਣਾ ਵਾ ਹਮੇਸ਼ਾ ਇੱਕ 1 ਲੈਣਾ ਹੀ ਆ, 1 ਦੇ ਆਸ-ਪਾਸ ਜਾਂ 1 ਨੰਬਰ। ਹੁਣ ਦੇਖੋ +1 ਨਾਲ ਤਾਂ ਗੱਲ ਨਹੀਂ ਬਣੀ। ਅਗਰ ਮੈਂ -1 ਲਵਾਂ, ਅਗਰ ਮੈਂ y ਦੀ ਜਗ੍ਹਾ, y ਨੂੰ 1 ਦੀ ਜਗ੍ਹਾ ਤੇ ਮੈਂ ਲਵਾਂ -1, ਫਿਰ ਕਰਕੇ ਦੇਖਦੇ ਹਾਂ। ਦੇਖੋ x ਦੀ ਵੈਲਿਊ 2 ਹੀ ਹੈ, 2 ਦੀ ਪਾਵਰ 4 ਪਲੱਸ y ਦੀ ਵੈਲਿਊ ਹੈ -1, ਇਹਦੀ ਪਾਵਰ ਲੈ ਲਓ 4। ਹੁਣ -1 ਦੀ ਅਗਰ ਈਵਨ ਪਾਵਰ ਹੋਵੇ ਤੇ ਪੋਜ਼ਿਟਿਵ ਰਿਜ਼ਲਟ ਆਉਂਦਾ, ਨੈਗੇਟਿਵ ਨਹੀਂ ਆਉਂਦਾ, ਠੀਕ ਹੈ। ਸੋ 2 ਦੀ ਪਾਵਰ 4 ਇਜ਼ 16, -1 ਦੀ ਪਾਵਰ 4 ਜਿਹੜਾ ਵਾ ਉਹ 1 ਨਹੀਂ ਆਊਗਾ, ਮੇਰੇ ਕੋਲ ਆ ਗਿਆ 17। ਪਹਿਲੀ ਕੰਡੀਸ਼ਨ ਹੋ ਗਈ ਸੈਟੀਸਫਾਈ। ਹੁਣ x ਮੈਂ ਲਿਆ ਹੋਇਆ ਵਾ 2, ਇਹ ਪਲੱਸ ਹੈ, y ਕਿੰਨਾ ਵਾ -1, ਪਲੱਸ ਮਾਈਨਸ -1, 2 - 1 1। ਮੇਰੇ ਕੋਲ ਦੋਨੋਂ ਹੀ ਕੰਡੀਸ਼ਨਸ ਜਿਹੜੀਆਂ ਵਾ ਸੈਟੀਸਫਾਈ ਹੋ ਗਈਆਂ, ਜਿਹਦੇ ਚੋਂ ਮੇਰਾ y -1 ਨਿਕਲਿਆ ਵਾ, x ਨਿਕਲਿਆ ਵਾ 2, ਠੀਕ ਹੈ। ਹੁਣ ਆਹੀ ਵੈਲਿਊ ਜਿਹੜੀਆਂ ਮੈਂ ਪੁੱਟ ਕਰ ਦੇਣੀਆਂ ਵਾ x² y² -2xy ਦੇ ਵਿੱਚ। x ਕਿੰਨਾ ਵਾ ਮੇਰੇ ਕੋਲ 2, 2 ਦਾ ਸਕੁਅਰ ਕਿੰਨਾ ਹੁੰਦਾ ਵਾ 4, y ਕਿੰਨਾ ਵਾ -1, -1 ਦਾ ਸਕੁਅਰ 1 × 1, 4 1s 4 -2, x ਕਿੰਨਾ ਵਾ 2, y ਕਿੰਨਾ ਵਾ -1 × -1, ਠੀਕ ਹੈ ਜੀ। 4 1s 4 ਹੋ ਗਿਆ, ਦੇਖੋ 2 2s 4, 4 × -1 -4, ਇਹ ਮਾਈਨਸ ਤੇ ਆ ਮਾਈਨਸ ਹੋ ਗਿਆ ਪਲੱਸ, 4 + 4 ਆ ਗਿਆ ਮੇਰੇ ਕੋਲ ਆਂਸਰ 8। ਸੋ ਮੇਰਾ ਆਂਸਰ ਹੋਊਗਾ 8, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। देयर आर 2 numbers such that, देखो 2 नंबर्स है, कहता मैं मान लिया एक मेरे को x है एक मेरे को y है, ਇੱਥੇ ਵੀ x ਲੈ ਲੈਣੇ y, ਕਿਉਂਕਿ ਦੋ ਕੰਡੀਸ਼ਨਸ ਦਿੱਤੀਆਂ ਹੋਈਆਂ। ਕਹਿੰਦਾ ਸਮ ਆਫ, ਇਹਨਾਂ ਦਾ ਸਮ ਦੀ ਗੱਲ ਕਰ ਰਿਹਾ ਵਾ,
sum of twice the first number and thrice the second number is equal to 39 फर्स्ट कंडीशन हो गई. while the sum of thrice the first number and twice the second number is equal to 36. ਕਹਿੰਦਾ ਲਾਰਜਰ ਨੰਬਰ ਕੱਢਣਾ ਦੋਨਾਂ ਦੇ ਵਿੱਚੋਂ x ਤੇ y ਚੋਂ ਜੋ ਲਾਰਜਰ ਹੋਊਗਾ ਕੱਢਣਾ ਵਾ. ਠੀਕ ਹੈ, ਦੋ ਇਕੁਏਸ਼ਨਸ ਆ ਗਈਆਂ ਵਾ. ਹੁਣ ਆਪਾਂ ਕੀ x ਨੂੰ ਬਰਾਬਰ ਕਰ ਦਿੰਦੇ ਆ. x ਨੂੰ ਬਰਾਬਰ ਕਰਨ ਲਈ ਇਸ ਸਟੇਟਮੈਂਟ ਨੂੰ ਅਸੀਂ 2 ਨਾਲ ਮਲਟੀਪਲਾਈ ਕਰ ਦਾਂਗੇ, ਇਸ ਨੂੰ ਆਪਾਂ 3 ਨਾਲ ਕਰ ਦਾਂਗੇ ਤਾਂ ਜੋ x ਮੇਰਾ ਸੇਮ ਆ ਜਾਊਗਾ. ਕਟਿੰਗ ਕਰ ਦੂੰਗੀ, ਸਿੰਗਲ ਵੇਰੀਏਬਲ ਚ ਇਕੁਏਸ਼ਨਸ ਰਹਿ ਜਾਊਗੀਆਂ. ਠੀਕ ਹੈ ਜੀ. 3 2s ਆ 6x ਪਲੱਸ 3 3s ਆ 9y. 39 ਇੰਟੂ 3 ਕਿੰਨਾ ਹੁੰਦਾ ਵਾ 117. ਠੀਕ ਹੈ, 40 ਨੂੰ 3 ਨਾਲ ਕਰਾਂਗੇ 120, 120 ਚੋਂ 3 ਘਟਾ ਦਿਓ 117. 3 2s ਆ 6x 2 2s ਆ 4y ਇਜ਼ ਇਕੁਅਲ ਟੂ 36 ਨੂੰ ਡਬਲ ਕਰਾਂਗੇ ਤਾਂ ਮੇਰੇ ਕੋਲ ਆ ਗਿਆ 72. ਹੁਣ ਦੇਖੋ ਅਗਰ ਮੈਂ ਇਹਨਾਂ ਨੂੰ ਮਾਈਨਸ ਕਰ ਦਵਾਂ ਪਲੱਸ 6 ਮਾਈਨਸ 6 ਕੱਟ ਗਿਆ 9y ਚੋਂ 4y ਗਏ ਮੇਰੇ ਕੋਲ ਆ ਗਏ 5y. ਠੀਕ ਹੈ, 7 ਚੋਂ 2 ਗਏ 5, 11 ਚੋਂ 7 ਗਏ 4. ਇਹਦਾ ਮਤਲਬ y ਮੇਰੇ ਕੋ ਆ ਗਿਆ 9. y ਮੇਰੇ ਕੋ ਆ ਗਿਆ 9. ਹੁਣ ਮੈਨੂੰ ਆ ਨਹੀਂ ਪਤਾ ਹੈਗਾ ਕਿ y ਵੱਡਾ ਵਾ ਕਿ x ਵੱਡਾ ਵਾ. ਅਗਰ ਤਾਂ x ਦੀ ਵੈਲਿਊ 9 ਤੋਂ ਜ਼ਿਆਦਾ ਆ ਗਈ ਫਿਰ ਮੇਰਾ ਆਨਸਰ ਉਹ ਹੋਊਗਾ, ਨਹੀਂ ਤਾਂ ਮੇਰਾ ਆਨਸਰ ਹੋਊਗਾ 9. ਹੁਣ ਕੀ ਹੈ, ਮੈਂ y ਦੀ ਵੈਲਿਊ ਜੋ 9 ਆ ਉੱਪਰ ਪੁੱਟ ਕਰੂੰਗਾ. ਦੇਖੋ 9 3 ਇੱਥੇ ਆ ਗਿਆ ਮੇਰੇ ਕੋ 27, ਇੱਥੇ ਸੀ 39. 2x ਦੀ ਵੈਲਿਊ ਕਿੰਨੀ ਹੋ ਜਾਊਗੀ 39 ਚੋਂ ਅਗਰ ਮੈਂ 27 ਮਾਈਨਸ ਕਰਾਂ ਤੇ 12. x ਦੀ ਵੈਲਿਊ ਆ ਗਈ ਮੇਰੇ ਕੋ 6. x ਦੀ ਵੈਲਿਊ y ਤੋਂ ਛੋਟੀ ਹੈ, ਇਹਦਾ ਮਤਲਬ y ਲਾਰਜਰ ਨੰਬਰ 9 ਮੇਰਾ ਆਨਸਰ ਆ ਜਾਊਗਾ C. ਠੀਕ ਹੈ, ਚਲੋ ਨੈਕਸਟ ਨੰਬਰ ਦੇ ਨੈਕਸਟ ਕੁਐਸਚਨ. ਰਾਜਨ ਗॉट 76% ਆਫ ਦਾ ਮਾਰਕਸ. ਜਿਹੜਾ ਰਾਜਨ ਹੈ ਉਹਦੇ ਆਏ 76% ਮਾਰਕਸ ਤੇ ਸੋਨੀਆ ਦੇ ਆਏ ਆ 480 ਮਾਰਕਸ. the maximum marks of the test is equal to, देखो maximum marks कितने होंगे 100%. maximum marks of test is equal to the marks obtained by Rajan and Sonia together. अगर मैं इन्हां दोनों ਨੂੰ प्लस कर दवाना तो मेरे को 100% ਮਾਰਕਸ ਆ ਜਾਂਦੇ ਆ. ਆ ਚੀਜ਼ ਉਹਨੇ ਕਹੀ ਹੈ. ਠੀਕ ਹੈ, ਕਹਿੰਦਾ ਦੱਸੋ ਰਾਜਨ ਦੇ ਕਿੰਨੇ ਮਾਰਕਸ ਆਏ ਆ. ਦੇਖੋ 76 ਦੇ ਵਿੱਚ ਮੈਂ ਕੀ ਪਲੱਸ ਕਰਾਂ ਕਿ 100 ਹੋ ਜਾਏ 24. ਇਹਦਾ ਮਤਲਬ ਕੀ ਹੈ ਕਿ 24% ਮਾਰਕਸ 480 ਦੇ ਬਰਾਬਰ ਹੈ. 24% ਮਾਰਕਸ ਜਿਹੜੇ ਆ ਉਹ ਮੇਰੇ 480 ਦੇ ਬਰਾਬਰ ਹੈ. 1% ਮਾਰਕਸ ਕਿਦੇ ਬਰਾਬਰ ਹੋਣਗੇ 480 ਨੂੰ ਅਗਰ ਮੈਂ 24 ਨਾਲ ਡਿਵਾਈਡ ਕਰ ਦਵਾਂ 2 ਤੇ 0 ਆ ਗਿਆ 20 ਮਾਰਕਸ. 1% ਜਿਹੜਾ ਵਾ ਉਹ 20 ਨੰਬਰਾਂ ਦੇ ਬਰਾਬਰ ਹੈ. ਰਾਜਨ ਦੇ ਮਾਰਕਸ ਪੁੱਛਿਆ ਵਾ 76% ਕੱਢਨੇ ਆ. 76% ਕਿਦੇ ਬਰਾਬਰ ਹੋਣਗੇ 76 ਇੰਟੂ 20 ਕਰ ਦੋ. ਠੀਕ ਹੈ, 76 ਇੰਟੂ 20 ਕਿੰਨੇ ਹੋਣਗੇ ਦੇਖੋ 0 ਪਿੱਛੇ ਆ ਗਿਆ 6 2 12 1520 ਜਿਹੜਾ ਵਾ ਉਹ ਰਾਜਨ ਦੇ ਮਾਰਕਸ ਹੋਣਗੇ. ਠੀਕ ਹੈ ਜੀ, 1520 ਮੇਰਾ ਆਨਸਰ ਆ ਗਿਆ. ਨੈਕਸਟ ਕੁਐਸਚਨ ਦੇਖਾਂਗੇ. ਸਿੰਪਲੀਫਿਕੇਸ਼ਨ ਦਾ ਕੁਐਸਚਨ ਹੈ, ਕਹਿੰਦਾ 18% ਆਫ 420. ਦੇਖੋ 85% ਸੌਰੀ 85 ਨੂੰ ਮੈਂ ਅਗਰ ਸਿੱਧਾ ਹੀ ਫ੍ਰੈਕਸ਼ਨ 'ਚ ਲਿਖਣਾ ਹੋਵੇ ਮੈਂ ਲਿਖ ਦਵਾਂ 17/20. ਦੇਖੋ 85% ਦਾ ਮਤਲਬ ਕੀ ਹੁੰਦਾ 85/100. 5 ਦੇ ਟੇਬਲ ਜਿੱਥੇ 20 ਆਉਂਦਾ ਵਾ ਤੇ 5 ਟੇਬਲ 'ਚ 17 ਆ ਜਾਣਾ. ਮੈਂ ਸਿੱਧਾ ਹੀ 17/20 ਲਿਖਤਾ ਇਨਟੂ 420 ਪਲੱਸ क्वेश्चन मार्क ਦੀ ਜਗ੍ਹਾ ਤੇ ਮੈਂ ਲਿਖ ਦਿੰਦਾ x % ਖੋਲੇ ਥੱਲੇ ਆ ਗਿਆ 100. 1080 ਇਜ਼ ਇਕੁਅਲ ਟੂ 735. ਠੀਕ ਹੈ ਜੀ. ਹੁਣ ਦੇਖੋ ਇਹ 2 ਨਾਲ ਤੇ 2 ਕੱਟ ਗਿਆ, ਇੱਥੇ ਆ ਗਿਆ ਮੇਰੇ ਕੋਲ 21. ਠੀਕ ਹੈ, ਦੇਖੋ 17 10 ਦਾ ਹੁੰਦਾ 170. 17 ਇੱਕ ਵਾਰ ਹੋਰ 10 170 ਫਿਰ 17 1 ਜਾਂ 17 17 170 17 ਹੁੰਦੇ 34. 340 ਚੋਂ 17 ਪਾਏ ਤੇ ਇੱਥੇ ਕਿੰਨਾ ਆ ਗਿਆ ਮੇਰੇ ਕੋਲ 357 ਆ ਗਿਆ. ਆ ਚੀਜ਼ ਇੱਥੇ ਕੱਟ ਗਈ, ਇੱਥੇ ਮੇਰੇ ਕੋਲ ਆ ਗਿਆ ਪਲੱਸ 108/10x ਜੋ ਕਿ ਹੈ 735 ਦੇ ਬਰਾਬਰ. 108/10x ਨੂੰ ਇੱਧਰ ਹੀ ਰੱਖੋ. 735 ਦੇ ਵਿੱਚੋਂ 357 ਨੂੰ ਕਰ ਦਿਓ ਮਾਈਨਸ. 15 ਚੋਂ 7 ਗਏ 8, 12 ਚੋਂ 5 ਗਏ 7, 6 ਚੋਂ 3 ਗਏ 3, ਇੱਥੇ ਮੇਰੇ ਕੋਲ ਆ ਗਿਆ 378. ਦੇਖੋ x ਦੀ ਵੈਲਿਊ ਕੀ ਹੋਊਗੀ 378 ਇੰਟੂ 10/108. ਹੁਣ ਦੇਖੋ 108 ਦੀ ਅਗਰ ਮੈਂ ਗੱਲ ਕਰਾਂ 3 ਨਾਲ ਜਾਊਂਗਾ. ਠੀਕ ਹੈ, 3 ਨਾਲ ਜਾਊਂਗਾ 3 ਦਾ ਕਿੰਨਾ ਹੋਊਗਾ 324. ਦੇਖੋ 3780 ਆ 0 ਮੈਂ ਇੱਥੋਂ ਪਿਕ ਕਰ ਲਿਆ. ਦੇਖੋ 3 ਵਾਲਾ ਨਾ ਇੱਕੋ ਹੀ ਆਪਸ਼ਨ ਆ ਕਿਉਂਕਿ 30 ਦੇ ਨਾਲ ਜਾਣਾ ਨਹੀਂ, ਮੇਰਾ ਆਨਸਰ 35 ਆਣਾ ਵਾ, ਮੈਨੂੰ ਪਹਿਲਾਂ ਹੀ ਪਤਾ ਵਾ. ਪਰ ਚਲੋ ਆਪਾਂ ਸੋਲਵ ਕਰਦੇ ਹਾਂ. 108 3 ਦਾ 324 ਆ ਗਿਆ ਇੱਥੇ. 108 3 ਦਾ 324 ਇੱਥੇ ਆ ਗਿਆ 4, ਇੱਥੇ ਆ ਗਿਆ 54 0. ਹੁਣ ਦੇਖੋ 8 5 40 ਹੁੰਦਾ ਵਾ ਤੇ 100 ਨੂੰ 5 ਨਾਲ ਕਰਾਂਗੇ ਤਾਂ 500. ਇਹਦਾ ਮਤਲਬ ਇੱਥੇ 5 ਆ ਗਿਆ
540 ਦੇ ਬਰਾਬਰ ਤੇ ਇੱਥੇ ਕਿੰਨਾ ਆ ਗਿਆ 35 ਮੇਰਾ ਆਨਸਰ ਆ ਗਿਆ 35 ਨੈਕਸਟ ਕੁਐਸਚਨ ਦੇਖਦੇ ਹਾਂ ਕਹਿੰਦਾ ਵਾਚ ਇਜ਼ ਸੋਲਡ ਐਟ ਦਾ ਪ੍ਰੋਫਿਟ ਆਫ 20% ਇੱਕ ਵਾਚ ਨੂੰ 20% ਪ੍ਰੋਫਿਟ ਤੇ ਵੇਚਿਆ ਗਿਆ ਅਗਰ ਮੈਂ ਕਾਸਟ ਪ੍ਰਾਈਸ ਤੇ ਸੈਲਿੰਗ ਪ੍ਰਾਈਸ ਨੂੰ ਦੋਨਾਂ ਨੂੰ 100 ਰੁਪਏ ਤੋਂ ਘਟਾ ਦੇਵਾਂ ਤੇ ਮੇਰਾ ਪ੍ਰੋਫਿਟ 5% ਵੱਧ ਜਾਊਗਾ 5% ਵੱਧ ਜਾਊਗਾ ਮਤਲਬ ਪਹਿਲਾਂ 20% ਸੀਗਾ ਹੁਣ 25% ਹੋ ਜਾਊਗਾ ਦੇਖੋ ਮੰਨ ਲਓ ਕਿ ਮੈਂ ਪਹਿਲਾਂ 1x ਦੀ ਚੀਜ਼ ਖਰੀਦੀ 20% ਪ੍ਰੋਫਿਟ ਦਾ ਮਤਲਬ ਮੈਂ ਲਿਖ ਦਵਾਂ 1.20x ਤੇ ਮੈਂ ਵੇਚਦੀ ਅਗਰ ਮੈਂ 100 ਰੁਪਏ ਦੋਨਾਂ ਦਾ ਘਟਾਵਾਂ 1x ਮਾਈਨਸ 100 ਦੀ ਖਰੀਦੀ ਤੇ 100 ਇਹ 100 ਦੀ ਵੇਚਦੀ ਇਹਦੇ ਵੇਚਣ ਨਾਲ ਮੈਨੂੰ ਕੀ ਹੋਇਆ 5% ਦਾ ਜ਼ਿਆਦਾ ਪ੍ਰੋਫਿਟ ਹੋਇਆ ਪਹਿਲਾਂ ਹੋ ਰਿਹਾ ਸੀ 20 5 ਮੈਂ ਐਡ ਕਰਤੇ ਹੁਣ ਟੋਟਲ ਕਿੰਨਾ ਹੋ ਗਿਆ ਪ੍ਰੋਫਿਟ ਮੇਰੇ ਕੋਲ 25% ਇਹਦਾ ਮਤਲਬ ਇਸ ਵਾਲੇ ਕਾਸਟ ਪ੍ਰਾਈਸ ਤੇ 25% ਹੋਇਆ ਵਾ ਠੀਕ ਹੈ ਜੇ ਨਵਾਂ ਕਾਸਟ ਪ੍ਰਾਈਸ ਹੈ ਇਹ ਤੇ 25% ਹੋਇਆ ਨਾ ਅਗਰ ਮੈਂ ਇਹਨੂੰ 25% ਤੋਂ ਵਧਾ ਦੇਵਾਂ ਇਸ ਵਾਲੇ ਫਿਗਰ ਨੂੰ ਮੇਰੇ ਕੋਲ ਆ ਫਿਗਰ ਆ ਜਾਊਗਾ ਦੇਖੋ x ਮਾਈਨਸ 100 ਆ ਵਾਲਾ ਇਹਨੂੰ ਅਗਰ ਮੈਂ ਕਿਸੇ ਨੰਬਰ ਨੂੰ ਅਗਰ ਦੇਖੋ ਕਿਸੇ ਨੰਬਰ ਨੂੰ ਅਗਰ 25% ਤੋਂ ਵਧਾਉਣਾ ਹੋਵੇ ਮੈਂ ਇਹਨੂੰ ਅਗਰ ਇੱਕ ਨਾਲ ਮਲਟੀਪਲਾਈ ਕਰਾਂ ਇੱਕ ਨਾਲ ਤਾਂ ਸੇਮ ਨੰਬਰ ਆ ਜਾਊਗਾ ਇਹਦਾ ਮਤਲਬ 100% ਇਹ ਆਪਣੇ ਆਪ 'ਚ 100% ਹੈ ਇਹਨੂੰ ਅਗਰ ਮੈਂ 25% ਨਾਲ ਵਧਾਉਣਾ ਵਾ ਤਾਂ 1.25 ਨਾਲ ਮਲਟੀਪਲਾਈ ਕਰ ਦੇਵਾਂ 125% ਕਿਸੇ ਨੰਬਰ ਨੂੰ ਅਗਰ 25% ਤੋਂ ਵਧਾਓ ਤਾਂ 125% ਬਣ ਜਾਂਦਾ ਵਾ 125% ਥੱਲੇ 0 ਆ ਗਿਆ अगर दोनों जीरो में एडजस्ट करना होवे तो 1.25 ही आंदा वा किसी नंबर में अगर 25% तो ਵਧਾ इसलिए मैं 1.25 ਨਾਲ ਮਲਟੀਪਲਾਈ ਕਰਤਾ ਠੀਕ ਹੈ ਇਹ ਬਰਾਬਰ ਆ ਜਾਣਾ ਤੁਹਾਡੇ ਕੋਲ 1.20x ਮਾਈਨਸ 100 ਇਹ ਕਾਸਟ ਪ੍ਰਾਈਸ ਦੇ ਵਿੱਚ ਅਗਰ ਮੈਂ ਪ੍ਰੋਫਿਟ ਨੂੰ ਐਡ ਕਰਤਾ ਕਾਸਟ ਪ੍ਰਾਈਸ ਦੇ ਵਿੱਚ ਅਗਰ ਮੈਂ ਪ੍ਰੋਫਿਟ ਨੂੰ ਐਡ ਕਰਤਾ ਮੇਰੇ ਕੋਲ ਸੈਲਿੰਗ ਪ੍ਰਾਈਸ ਦੇ ਬਰਾਬਰ ਆ ਜਾਣਾ ਸੈਲਿੰਗ ਪ੍ਰਾਈਸ ਇੱਥੇ ਇੰਨਾ ਵਾ ਹੁਣ ਦੇਖੋ 1.25x 100 ਨੂੰ 25% ਵਧਾ ਦਈਏ ਤੇ ਕਿੰਨਾ ਹੁੰਦਾ ਵਾ 125 is equal to 1.20x minus 100 ਠੀਕ ਹੈ ਹੁਣ ਦੇਖੋ 1.25 ਵੱਡਾ ਹੁੰਦਾ ਵਾ 1.20 ਤੋਂ ਇਹਨੂੰ ਅਗਰ ਮੈਂ ਇੱਧਰ ਲੈ ਆਵਾਂ ਤਾਂ ਕਿੰਨਾ ਆ ਗਿਆ ਮੇਰੇ ਕੋਲ 0.05x is equal to 125 ਜੋ 100 ਚਲੇ ਗਏ ਮੇਰੇ ਕੋਲ ਆ ਗਿਆ 25 x ਦੀ ਵੈਲਿਊ ਕਿੰਨੀ ਹੋਊਗੀ 25 upon 5 into ਇੱਥੇ ਆ ਗਿਆ 0 0.05 ਦੇ ਵਿੱਚ ਮੈਂ 2 0 ਉੱਪਰ ਇੱਥੇ ਰੱਖ ਲੇ ਤੇ 5 ਥੱਲੇ ਰੱਖ ਲਿਆ 5 ਕਿੰਨੇ ਦਾ 25 ਹੁੰਦਾ 5 ਦਾ 5 into 100 500 500 ਮੇਰਾ ਜੋ ਹੈ ਉਹ x ਦੀ ਵੈਲਿਊ ਆ ਗਈ x ਸੀਗਾ ਇਨੀਸ਼ੀਅਲ ਕਾਸਟ ਪ੍ਰਾਈਸ ਮੈਂ ओरिजिनल ਕਾਸਟ ਪ੍ਰਾਈਸ ਹੀ ਕੱਢਣਾ ਵਾ ਜੋ ਕਿ ਹੈ 500 ਠੀਕ ਹੈ ਜੀ ਚਲੋ ਨੈਕਸਟ ਕੁਐਸਚਨ ਦੇਖਦੇ ਹਾਂ ਤਿੰਨ ਸਟੇਟਮੈਂਟਸ ਦਿੱਤੀਆਂ ਹੋਈਆਂ ਵਾ ਉਹ ਕਹਿੰਦਾ ਦੱਸੋ ਕਿਹੜੀ ਸਟੇਟਮੈਂਟ ਜ਼ਰੂਰੀ ਹੈ ਕਿਹੜੀ ਸਟੇਟਮੈਂਟ ਨੂੰ ਆਪਾਂ ਸਕਿਪ ਕਰ ਦਈਏ ਕਿ ਸਾਡਾ ਆਨਸਰ ਆ ਜਾਏ ਕਿਹੜਾ ਆਨਸਰ ਹਾਊ ਮਚ ਪ੍ਰੋਫਿਟ ਡਿਡ ਮਾਨਿਕ ਅਰਨ ਮੈਂ ਪ੍ਰੋਫਿਟ ਕੱਢਣਾ ਵਾ ਪ੍ਰੋਫਿਟ ਪਰਸੈਂਟੇਜ ਨਹੀਂ ਪ੍ਰੋਫਿਟ ਮੈਨੂੰ ਪਤਾ ਹੋਣਾ ਚਾਹੀਦਾ 100 ਦੀ ਚੀਜ਼ 120 ਦੀ ਵੇਚੀ 20 ਰੁਪਏ ਪ੍ਰੋਫਿਟ ਹੋ ਗਿਆ ਮੈਨੂੰ ਕਿਹੜੀ ਸਟੇਟਮੈਂਟ ਤੋਂ ਪਤਾ ਲੱਗੂਗਾ ਦੇਖੋ ਉਹ ਕਹਿੰਦਾ ਪਹਿਲੀ ਸਟੇਟਮੈਂਟ ਹੈ ਹੀ ਗੋਟ 15% ਡਿਸਕਾਊਂਟ ਔਨ ਦਾ ਮਾਰਕਡ ਪ੍ਰਾਈਸ ਐਟ ਟਾਈਮ ਆਫ ਪਰਚੇਜ਼ ਦੇਖੋ ਕਾਸਟ ਪ੍ਰਾਈਸ ਸੈਲਿੰਗ ਪ੍ਰਾਈਸ ਤੇ ਮਾਰਕ ਪ੍ਰਾਈਸ ਅਗਰ ਮੈਂ ਮਾਰਕ ਪ੍ਰਾਈਸ ਤੇ ਡਿਸਕਾਊਂਟ ਦਵਾਂ ਤੇ ਮੇਰੇ ਕੋਲ ਸੈਲਿੰਗ ਪ੍ਰਾਈਸ ਆ ਜਾਂਦਾ ਵਾ ਡਿਸਕਾਊਂਟ ਹੈ 15% ਮੈਨੂੰ ਕੀ ਲੱਭਣਾ ਵਾ ਮੈਨੂੰ ਲੱਭਣਾ ਵਾ ਪ੍ਰੋਫਿਟ ਦਾ ਕਿਤੋਂ ਪਤਾ ਲੱਗ ਰਿਹਾ ਵਾ ਨਹੀਂ ਲੱਗ ਰਿਹਾ ਪਤਾ ਕੁਐਸਚਨ ਕਹਿ ਰਿਹਾ ਦੂਸਰਾ ਸੈਕਿੰਡ ਟਰਮ ਕਹਿ ਰਿਹਾ ਕਹਿੰਦਾ ਹੀ ਸੋਲਡ ਇਟ ਫॉर 3060 ਉਹਨੇ ਕਹਿੰਦਾ 3060 ਰੁਪਏ ਦੀ ਵੇਚਤੀ ਮੈਨੂੰ ਪ੍ਰੋਫਿਟ ਦਾ ਪਤਾ ਲੱਗਾ ਨਹੀਂ ਪ੍ਰੋਫਿਟ ਦਾ ਕਦੋਂ ਪਤਾ ਲੱਗੂਗਾ ਜਾਂ ਤਾਂ ਉਹ ਦੱਸ ਦੇਵੇ ਕਿ ਸੈਲਿੰਗ ਪ੍ਰਾਈਸ ਦਾ ਕਿੰਨਾ ਪ੍ਰੋਫਿਟ ਹੈ ਜਾਂ ਕਾਸਟ ਪ੍ਰਾਈਸ ਦਾ ਕਿੰਨਾ ਪ੍ਰੋਫਿਟ ਹੈ ਜਾਂ ਮਾਰਕੀਟ ਪ੍ਰਾਈਸ ਕਿੰਨਾ ਜਾਂ ਮੈਨੂੰ ਕਾਸਟ ਪ੍ਰਾਈਸ ਪਤਾ ਹੋਵੇ ਜੇ ਮੈਨੂੰ ਉੱਥੇ ਕਾਸਟ ਪ੍ਰਾਈਸ ਪਤਾ ਹੋਵੇ ਸੈਲਿੰਗ ਪ੍ਰਾਈਸ ਪਤਾ ਮੈਂ ਪ੍ਰੋਫਿਟ ਕੱਢ ਲੂੰਗਾ ਠੀਕ ਹੈ ਹਲੇ ਤੱਕ ਮੈਨੂੰ ਪ੍ਰੋਫਿਟ ਦਾ ਪਤਾ ਨਹੀਂ ਲੱਗ ਰਿਹਾ ਸਿਰਫ ਡਿਸਕਾਊਂਟ ਦਾ ਪਤਾ ਚੱਲਿਆ ਵਾ ਤੇ ਸੈਲਿੰਗ ਪ੍ਰਾਈਸ ਦਾ ਹੁਣ ਤੀਜੀ ਚੀਜ਼ ਕੀ ਕਹਿ ਰਿਹਾ ਵਾ ਉਹ ਤੀਜੀ ਚੀਜ਼ ਉਹ ਕਹਿ ਰਿਹਾ ਵਾ ਕਿ ਹੀ ਅਰਨਡ 2% ਪ੍ਰੋਫਿਟ ਔਨ ਦਾ ਮਾਰਕਡ ਪ੍ਰਾਈਸ ਦੇਖੋ ਜਦੋਂ 3060 ਮੇਰੇ ਕੋਲ ਸੈਲਿੰਗ ਪ੍ਰਾਈਸ ਆ ਗਿਆ ਕੀ ਮੈਂ ਇਹ ਤੋਂ ਮਾਰਕਡ ਪ੍ਰਾਈਸ ਕੱਢ ਸਕਦਾ ਵਾਂ ਬਿਲਕੁਲ ਕੱਢ ਸਕਦਾ ਵਾਂ ਦੇਖੋ ਮਾਰਕਡ ਪ੍ਰਾਈਸ ਤੇ ਡਿਸਕਾਊਂਟ ਹੁੰਦਾ ਵਾ ਮਾਰਕਡ ਪ੍ਰਾਈਸ ਤੇ ਡਿਸਕਾਊਂਟ ਜਦੋਂ ਮੈਂ ਡਿਸਕਾਊਂਟ ਲੈਣਾ ਵਾ ਕਿਸੇ ਸ਼ਾਪ ਤੋਂ ਤੇ ਮੈਂ ਕੀ ਕਰਦਾ ਵਾਂ ਅਗਰ 15% ਡਿਸਕਾਊਂਟ ਤੇ ਮੈਂ 85% ਦੇ ਕੇ ਆਣਾ ਨਾ ਉਹਨੂੰ ਮਾਰਕੀਟ ਪ੍ਰਾਈਸ ਦਾ 15% ਡਿਸਕਾਊਂਟ ਕਰਨ ਤੋਂ ਬਾਅਦ ਮੈਂ ਉਹਨੂੰ ਕਿੰਨੇ ਪੈਸੇ ਦੇਣੇ ਆ 85% ਮਾਰਕੀਟ ਪ੍ਰਾਈਸ ਦਾ 85% ਹੈਗਾ ਵਾ 3060 ਕੀ ਮੈਂ ਇੱਥੋਂ ਦੀ ਮਾਰਕੀਟ ਪ੍ਰਾਈਸ ਕੱਢ ਸਕਦਾ ਵਾਂ ਥਰਡ ਸਟੇਟਮੈਂਟ ਜੋ ਕਹਿ ਰਿਹਾ ਵਾ ਕਿ ਮਾਰਕੀਟ ਪ੍ਰਾਈਸ ਦਾ 2% ਪ੍ਰੋਫਿਟ ਆ ਬਿਲਕੁਲ ਮੇਰੇ ਕੋਲ ਮਾਰਕੀਟ ਪ੍ਰਾਈਸ ਇੱਥੇ ਆ ਜਾਊਗਾ ਉਹਦਾ ਮੈਂ 2% ਕੱਢੂੰਗਾ ਮੇਰੇ ਕੋਲ ਪ੍ਰੋਫਿਟ ਆ ਜਾਊਗਾ ਇਹਦਾ ਮਤਲਬ ਕੀ ਹੈ ਹਰ ਇੱਕ ਸਟੇਟਮੈਂਟ ਮੈਨੂੰ ਚਾਹੀਦੀ ਹੈ ਕੋਈ ਵੀ ਸਟੇਟਮੈਂਟ ਮੈਂ ਸਕਿਪ ਕਰ ਦੇਵਾਂ ਦੇਖੋ ਅਗਰ ਮੈਂ ਪਹਿਲੀ ਸਟੇਟਮੈਂਟ ਸਕਿਪ ਕਰ ਦੂੰਗਾ ਤੇ ਮੈਂ ਸੈਲਿੰਗ ਪ੍ਰਾਈਸ ਤੋਂ ਮਾਰਕ ਪ੍ਰਾਈਸ ਤੇ ਨਹੀਂ ਜਾ ਸਕੂੰਗਾ ਕਿਉਂਕਿ ਮੈਨੂੰ ਡਿਸਕਾਊਂਟ ਦਾ ਹੀ ਨਹੀਂ ਪਤਾ ਕਿੰਨਾ ਵਾ ਠੀਕ ਹੈ ਅਗਰ ਮੈਂ ਸੈਕਿੰਡ ਵਾਲੀ ਸਕਿਪ ਕਰਦਾ ਤਾਂ ਮੈਨੂੰ ਸੈਲਿੰਗ ਪ੍ਰਾਈਸ ਹੀ ਨਹੀਂ ਪਤਾ ਮੈਂ ਕਿਤੇ ਵੀ मूव नहीं कर पाऊंगा ठीक है वो कह रहा है 2% ਉਹਦਾ ਮਾਰਕਡ ਪ੍ਰਾਈਸ ਮੇਰੇ ਕੋਲ ਹੈ ਹੀ ਨਹੀਂ ਇਸ ਲਈ ਤਿੰਨੋਂ ਸਟੇਟਮੈਂਟਸ ਜ਼ਰੂਰੀ ਹੈਗੀਆਂ ਵਾ ਮੇਰੇ ਕੋ ਆਨਸਰ ਕੱਢਣ ਲਈ ਆਣਾ all 1 2 3
ठीक है जी। चलो नेक्स्ट क्वेश्चन देखते हैं। ਈਜ਼ੀ ਕੁਐਸਚਨ ਹੈ ਰੇਸ਼ੋ ਪ੍ਰੋਪੋਰਸ਼ਨ ਦਾ। ਕਹਿੰਦਾ ਵਟ ਨੰਬਰ ਹੈਜ਼ ਟੂ ਬੀ ਐਡਡ ਟੂ ਦਾ ਰੇਸ਼ੋ 3:5 ਟੂ ਮੇਕ ਇਟ ਅ ਰੇਸ਼ੋ 5:6। ਆਪਸ਼ਨਸ ਤੋਂ ਵੀ ਕਰ ਸਕਦੇ ਹਾਂ ਵੈਸੇ ਆਪਾਂ, ਪਰ ਆਪਾਂ ਚਲੋ ਨਾਰਮਲ ਮੈਥਡ ਨਾਲ ਕਰਦੇ ਹਾਂ। ਦੇਖੋ 3 ਤੇ 5 ਆ ਰੇਸ਼ੋ ਮੇਰੇ ਕੋਲ, ਕਹਿੰਦਾ ਇਹਨਾਂ ਦੋਨਾਂ 'ਚ ਮੈਂ ਕੀ ਐਡ ਕਰਾਂ ਕਿ 5 to 6 ਆ ਜੇ। ਰੇਸ਼ੋ ਦੇ ਚੈਪਟਰ ਵਿੱਚ ਗੱਲ ਯਾਦ ਰੱਖਣੀ ਹੈ, ਜਦੋਂ ਵੀ ਰੇਸ਼ੋ ਦੇ ਡਿਨੋਮੀਨੇਟਰ ਨਿਊਮੀਨੇਟਰ ਦੇ ਵਿੱਚ ਆਪਾਂ ਕੋਈ ਵੀ ਨੰਬਰ ਮਲਟੀਪਲਾਈ ਜਾਂ ਡਿਵਾਈਡ ਕਰੀਏ ਤਾਂ ਰੇਸ਼ੋ ਸੇਮ ਰਹਿੰਦੀ ਆ, ਪਰ ਅਗਰ ਆਪਾਂ ਪਲੱਸ ਮਾਈਨਸ ਕਰ ਦਈਏ ਤਾਂ ਰੇਸ਼ੋ ਚੇਂਜ ਹੋ ਜਾਂਦੀ ਹੈ। ਇਸ ਲਈ ਉਹਨੇ ਪੁੱਛਿਆ ਐਡਡ ਪਲੱਸ ਪੁੱਛਿਆ ਵੀ ਰੇਸ਼ੋ ਤਾਂ ਹੀ ਚੇਂਜ ਹੋ ਰਹੀ ਆ। ਮੈਂ ਮੰਨ ਲੂੰਗਾ ਇੱਥੇ x ਇੱਥੇ ਵੀ x, ਇਹਨਾਂ ਦੋਨਾਂ 'ਚ x ਐਡ ਕੀਤਾ, ਰੇਸ਼ੋ ਮੇਰੀ ਬਣ ਗਈ 5:6। ਹੁਣ ਮੈਂ x ਦੀ ਵੈਲਿਊ ਕੱਢਣੀ ਹੈ, ਉਹਨੇ ਪੁੱਛਿਆ ਕਿਹੜਾ ਨੰਬਰ ਐਡ ਕਰੀਏ। ਦੇਖੋ 6 3 is 18 plus 6x is equal to 5 5 is 25 plus 5x। 6x ਵੱਡਾ ਵਾ 5x ਤੋਂ, ਇੱਧਰ ਲਿਆਓ, ਇੱਥੇ ਆ ਗਿਆ x 25 minus 18 ਕਿੰਨਾ ਆਊਗਾ ਮੇਰੇ ਕੋਲ 7 ਮੇਰਾ ਆਨਸਰ। ਅਗਰ ਤੁਸੀਂ ਦੇਖੋ 3 ਦੇ ਵਿੱਚ ਮੈਂ 7 ਐਡ ਕਰਦਾ, 5 ਦੇ ਵਿੱਚ ਅਗਰ ਮੈਂ 7 ਐਡ ਕਰਦਾ, 3 ਤੇ 7 ਹੋ ਗਿਆ 10, ਥੱਲੇ 7 5 12, ਇਹ ਕਿੰਨੀ ਰੇਸ਼ੋ ਆ ਗਈ 5:6। 7 ਐਡ ਕੀਤਾ 5:6 ਆ ਗਈ। ਆਹੀ ਕੁਐਸਚਨ ਜੋ ਪੁੱਛ ਰਿਹਾ ਸੀਗਾ, ਆਪਸ਼ਨ ਬੀ ਹੈ। ਕੁਐਸਚਨ ਨੰਬਰ 29 ਕਹਿੰਦਾ 720 ਰੁਪਏ ਡਿਵਾਈਡ ਕਰਨੇ ਆ 2 men 5 women ਤੇ 8 boys ਦੇ ਵਿੱਚ, ਸੋ ਦੈਟ ਦਾ ਸ਼ੇਅਰਸ ਆਫ ਦਾ men women ਐਂਡ boy ਆਰ ਰੇਸ਼ੋ। ਦੇਖੋ ਉਹ ਕਹਿੰਦਾ ਅਗਰ ਸਾਰੇ ਮੈਨਸ ਦੀ ਗੱਲ ਕਰੀਏ ਤੇ ਮੈਨ ਨੂੰ ਅਗਰ 720 ਰੁਪਏ ਉਹ 'ਚੋਂ 3 ਹਿੱਸੇ, ਵਿਮਨ ਨੂੰ 2 ਹਿੱਸੇ ਤੇ ਬॉय ਨੂੰ 1 ਹਿੱਸਾ ਮਿਲਣਾ ਚਾਹੀਦਾ। ਅਗਰ 720 ਨੂੰ ਮੈਂ 3 2 5 ਤੇ 6 ਹਿੱਸਿਆਂ ਡਿਵਾਈਡ ਕਰਾਂ ਤੇ ਸਾਰੇ ਮੈਨ ਨੂੰ 3 ਹਿੱਸੇ ਮਿਲਣੇ ਚਾਹੀਦੇ, ਸਾਰੇ ਵਿਮਨ ਨੂੰ 2 ਹਿੱਸੇ ਤੇ ਸਾਰੇ ਬॉयਜ਼ ਨੂੰ 1 ਹਿੱਸਾ। ਤੇ ਦੱਸੋ ਈਚ ਬॉय ਨੂੰ ਕਿੰਨੇ ਪੈਸੇ ਮਿਲੇਗਾ, ਈਚ ਬॉय ਨੂੰ ਕਿੰਨੇ ਪੈਸੇ ਮਿਲੇਗਾ। ਦੇਖੋ ਮੈਨ ਕਿੰਨੇ ਆ 2, ਇੱਥੇ ਰੇਸ਼ੋ ਕਿਹਦੀ ਦਿੱਤੀ ਹੋਈ ਹੈ ਕਿ ਪੈਸੇ ਕਿੱਦਾਂ ਡਿਵਾਈਡ ਹੋਣਗੇ। ਹਾਂ ਮੈਨ ਦਾ ਸ਼ੇਅਰ 3 ਆ, ਦੇਖੋ ਮੈਨ ਦਾ ਸ਼ੇਅਰ ਤਾਂ 3 ਹੈ, ਪਰ ਮੈਨ ਕਿੰਨੇ ਆ, ਮੈਨ ਦਾ ਸ਼ੇਅਰ ਹੈਗਾ ਵਾ 3, ਮੈਨ ਕਿੰਨੇ ਆ ਮੈਂ ਉਹੀ ਚੀਜ਼ ਵਿੱਚ ਮਲਟੀਪਲਾਈ ਕਰੂੰਗਾ 2। ਇਹਦਾ ਮਤਲਬ ਇੱਥੇ ਮੇਰੇ ਕੋਲ ਨਵੀਂ ਰੇਸ਼ੋ ਜਿਹੜੀ ਮੈਨੂੰ ਚਾਹੀਦੀ ਆ ਉਹ ਕਿੰਨੀ ਆ ਗਈ 6। ਦੇਖੋ ਮੈਨ ਤੇ ਕਿੰਨੀ ਮਨੀ ਮਿਲ ਰਹੀ ਹੈ ਉਹਦੇ ਨਾਲ ਹੀ ਮੇਰੇ ਕੋਲ ਟੋਟਲ ਨਿਕਲਣਾ ਵਾ, ਠੀਕ ਹੈ। 3 ਨੂੰ 2 ਮੈਨ ਹੈਗੇ ਆ 6 ਆ ਗਿਆ, ਵਿਮਨ ਕਿੰਨੇ ਆ 5, ਇੱਥੇ ਮੈਂ 5 ਨਾਲ ਮਲਟੀਪਲਾਈ ਕਰਤਾ, ਮੇਰੇ ਕੋਲ ਆ ਗਿਆ 10। 6:10 8 ਬॉयਜ਼ ਆ, ਇਹਨੂੰ ਮੈਂ 8 ਨਾਲ ਕਰਤਾ, ਇੱਥੇ ਆ ਗਿਆ ਮੇਰੇ ਕੋਲ 8, ਠੀਕ ਹੈ। 6:10:8 ਆ ਗਿਆ ਮੇਰੇ ਕੋਲ। ਹੁਣ ਇਸ ਰੇਸ਼ੋ ਦੇ ਹਿਸਾਬ ਨਾਲ ਮੈਨੂੰ 720 ਰੁਪਏ ਨੂੰ ਡਿਵਾਈਡ ਕਰਨਾ ਵਾ। ਦੇਖੋ 10 ਤੇ 8 18 ਤੇ 6 24, ਠੀਕ ਹੈ, 24 ਪੁਆਇੰਟਸ ਆ, ਠੀਕ ਹੈ 24 ਪੁਆਇੰਟਸ ਆ। ਹੁਣ ਦੇਖੋ ਈਚ ਬॉय ਨੂੰ ਕਿੰਨਾ ਮਿਲੂਗਾ। ਦੇਖੋ ਪਹਿਲਾਂ ਮੈਂ 8 ਪੁਆਇੰਟਸ ਅਗਰ ਕੱਢ ਲਵਾਂ ਤੇ ਉਹ 8 ਬॉयਜ਼ ਦਾ ਵਾ, 8 ਪੁਆਇੰਟਸ ਅਗਰ ਮੈਂ ਕੱਢ ਲਵਾਂ ਤਾਂ ਉਹ 8 ਬॉयਜ਼ ਦਾ ਵਾ। ਮੈਂ ਇੱਕ ਬॉय ਦਾ ਕੱਢਣਾ ਵਾ ਤਾਂ ਮੈਂ ਸਿੱਧਾ ਹੀ 1 ਪੁਆਇੰਟ ਕੱਢਾਂ, ਸਮਝ ਗਏ। ਦੇਖੋ ਅਗਰ ਮੈਂ ਸਿਰਫ ਪਹਿਲਾਂ ਮੈਂ ਬॉयਜ਼ ਦਾ ਕੱਢ ਲਵਾਂ ਅਗਰ ਤੇ 8 ਬॉयਜ਼ ਦਾ ਵਾ, ਜਿਹੜਾ ਬॉयਜ਼ ਦਾ ਨਿਕਲੂਗਾ ਉਹਨੂੰ ਮੈਂ ਫਿਰ 8 ਨਾਲ ਡਿਵਾਈਡ ਕਰੂੰਗਾ ਸਿੰਗਲ ਬॉयਜ਼ ਨਾਲ, ਇਸ ਲਈ ਮੈਂ ਲਾਉਂਗਾ ਹੀ 1 ਪੁਆਇੰਟ। ਮੈਂ ਕੀ ਦੇਖਣਾ ਵਾ ਕਿ 24 ਪੁਆਇੰਟਸ ਜਿਹੜੇ ਹੈਗੇ ਆ, 24 ਪੁਆਇੰਟਸ ਰੇਸ਼ੋ ਦੇ ਆ, ਕਿਹਦੇ ਬਰਾਬਰ ਹੈ 720 ਰੁਪਏ ਦੇ। ਇਹ 24 ਪੁਆਇੰਟਸ ਰੇਸ਼ੋ ਦੇ 720 ਰੁਪਏ ਦੇ ਬਰਾਬਰ, ਮੈਂ 1 ਪੁਆਇੰਟ ਦੀ ਵੈਲਿਊ ਕੱਢਣੀ ਹੈ 720/24। ਇੱਕ ਦਿਨ 'ਚ 24 ਘੰਟੇ ਹੁੰਦੇ ਆ, 3 ਦਿਨਾਂ 'ਚ 72 ਘੰਟੇ ਹੁੰਦੇ ਆ, ਠੀਕ ਹੈ। ਇੱਥੇ ਆ ਗਿਆ 330। ਇਹਦਾ मतलब ਕੀ ਹੈ ਕਿ ਹਰ ਇੱਕ ਬॉय को 30 रुपए आऊंगे, ठीक है जी। चलो नेक्स्ट क्वेश्चन देख रहे हैं। टाइम एंड वर्क का क्वेश्चन है। ए बी सी कैन कंप्लीट अ पीस ऑफ वर्क इन ए बी सी कैन कंप्लीट अ पीस ऑफ वर्क इन 24 5 ਤੇ 12 ਡੇਜ਼, ਠੀਕ ਹੈ। ਸਭ ਤੋਂ ਪਹਿਲਾਂ ਮੈਂ ਕੀ ਕਰੂੰਗਾ, ਮੈਂ ਕੱਢੂੰਗਾ ਇਹ ਵਰਕ ਦੀ ਗੱਲ ਹੋ ਰਹੀ, ਕਿਸੇ ਕੰਮ ਨੂੰ ਐ 24 ਦਿਨ 'ਚ ਕਰ ਰਿਹਾ, 5 ਦਿਨ 'ਚ, 12 ਦਿਨ 'ਚ। ਪਹਿਲਾਂ ਮੈਂ ਦੇਖੂੰਗਾ ਕਿ ਜਿਹੜਾ ਕੰਮ ਦੀ ਗੱਲ ਕਰ ਰਹੇ ਆ ਉਹ 'ਚ ਨੰਬਰ ਆਫ ਯੂਨਿਟਸ ਕਿੰਨੇ ਆ। ਨੰਬਰ ਆਫ ਯੂਨਿਟਸ ਕੱਢਣ ਦਾ ਕੀ ਤਰੀਕਾ ਹੁੰਦਾ ਵਾ, LCM। ਇਹਦਾ LCM ਕਿੰਨਾ ਆਊਗਾ, ਇਹਦਾ LCM ਆਊਗਾ ਮੇਰੇ ਕੋ 120। 24 5 ਦਾ 120 ਹੁੰਦਾ ਵਾ, ਆ ਕਿੰਨੇ ਦਾ ਹੋਊਗਾ 24 ਦਾ, 24 5 ਦਾ ਤੇ 5 24 ਦਾ 120, 12 10 ਦਾ। ਇਹਦਾ ਕੀ ਮਤਲਬ ਹੁੰਦਾ ਵਾ ਜਿਹੜਾ ਮੈਂ ਹੁਣ ਚੀਜ਼ਾਂ ਕੱਢੀਆਂ ਵਾ। ਦੇਖੋ 5 ਦਾ ਮਤਲਬ ਆ ਕਿ ਇਹ ਅਗਰ ਮੈਂ ਕਹਾਂ ਕਿ 120 ਨੰਬਰ ਆਫ ਯੂਨਿਟਸ ਆ, ਨੰਬਰ ਆਫ ਯੂਨਿਟਸ ਕਹਿ ਸਕਦੇ ਆ ਆਪਾਂ ਕਿ ਮੰਨ ਲਓ ਚੇਅਰਸ ਬਣਵਾਉਣੀਆਂ ਵਾ, ਮੈਂ ਆਪਣੇ ਇੰਸਟੀਚਿਊਟ ਲਈ 120 ਚੇਅਰਸ ਦਾ ਆਰਡਰ ਦੇ ਦਿੱਤਾ, ਠੀਕ ਹੈ। ਉਹ ਕਹਿੰਦੇ ਇੱਕ ਸਾਡੇ ਕੋਲ ਬੰਦਾ ਵਾ ਇਹ, ਉਹ ਕੀ ਕਰਦਾ ਵਾ ਤੁਹਾਡੀ ਪੂਰੀ 120 ਚੇਅਰਸ ਨੂੰ 24 ਦਿਨਾਂ ਦੇ ਵਿੱਚ ਕੰਪਲੀਟ ਕਰ ਦੂੰਗਾ, ਠੀਕ ਹੈ। ਡੇਜ਼ ਆ 24 ਦਿਨਾਂ ਦੇ ਵਿੱਚ ਕੰਪਲੀਟ ਕਰ ਦੂੰਗਾ। ਇਹਦਾ ਮਤਲਬ ਰੋਜ਼ ਦੀਆਂ ਉਹ 5 ਚੇਅਰਾਂ ਬਣਾਉਂਗਾ ਤੇ 24 ਦਿਨਾਂ 'ਚ 120 ਹੋ ਜਾਊਗਾ। ਸਿਮਿਲਰਲੀ ਬੀ ਕੀ ਕਰਦਾ ਵਾ 5 ਦਿਨਾਂ 'ਚ, ਕਹਿੰਦਾ ਇੰਨਾ ਫਾਸਟ ਆ 5 ਦਿਨਾਂ 'ਚ ਖਤਮ ਕਰ ਦੂੰਗਾ, ਉਹ ਰੋਜ਼ ਦੀਆਂ 24 ਕੁਰਸੀਆਂ ਬਣਾਉਂਗਾ। ਸਿਮਿਲਰਲੀ ਸੀ ਜਿਹੜਾ ਵਾ ਉਹ 12 ਦਿਨਾਂ 'ਚ ਕੰਮ ਖਤਮ ਕਰ ਰਿਹਾ, ਰੋਜ਼ ਦੀਆਂ 10 ਕੁਰਸੀਆਂ ਬਣਾਉਂਗਾ।
ਜੋ ਪਰ ਡੇ ਵਰਕ ਆ ਕੀ ਹੈ ਰੋਜ਼ ਦੀ, ਜੋ ਪਰ ਡੇ ਵਰਕ ਹੁੰਦਾ ਉਹ ਹੁੰਦਾ ਉਹਦੀ ਐਫੀਸ਼ੀਐਂਸੀ, ਜੋ ਪਰ ਡੇ ਵਰਕ ਹੁੰਦਾ ਵਾ ਉਹ ਹੁੰਦਾ ਕਿਸੇ ਵੀ ਬੰਦੇ ਦੀ ਐਫੀਸ਼ੀਐਂਸੀ। ਠੀਕ ਹੈ, ਹੁਣ ਦੇਖੋ ਅਗਰ ਮੈਂ ਇੱਕ ਦਿਨ ਦੀ ਗੱਲ ਕਰਾਂ, ਕਿਉਂਕਿ ਤਿੰਨਾਂ ਨੂੰ ਇਕੱਠੇ ਕੰਮ ਤੇ ਲਗਾਇਆ ਵਾ, ਵਰਕਿੰਗ ਟੂਗੇਦਰ, ਤਿੰਨਾਂ ਨੂੰ ਇਕੱਠੇ ਦਿਨ ਤੇ ਲਗਾਇਆ, ਇਹਦਾ ਮਤਲਬ A ਪਲੱਸ B ਪਲੱਸ C ਤਿੰਨੋਂ ਜਾਣੇ ਮਿਲ ਕੇ ਇੱਕ ਦਿਨ 'ਚ ਕਿੰਨੀਆਂ ਕੁਰਸੀਆਂ ਬਣਾਉਂਗੇ? 5 ਪਲੱਸ 24 ਪਲੱਸ 10, 24 10 34 ਤੇ 5 39, 39 ਕੁਰਸੀਆਂ ਰੋਜ਼ ਦੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ। ਬਣਵਾਉਣੀਆਂ ਕਿੰਨੀਆਂ ਮੈਂ? 120, 120 ਬਣਾਉਣੀਆਂ ਵਾ ਰੋਜ਼ ਦੀਆਂ 39 ਕੁਰਸੀਆਂ ਬਣਨੀਆਂ ਸ਼ੁਰੂ ਹੋ ਜਾਣਗੀਆਂ। ਠੀਕ ਹੈ, ਕਿੰਨਾ ਆਊਗਾ ਦੇਖੋ, 3 4 ਜਾ ਉੱਪਰ ਆ ਗਿਆ 40, 3 1 ਜਾ 3 3 ਜਾ 9, 40 ਨੂੰ 13 ਦੇ ਨਾਲ ਡਿਵਾਈਡ ਕਰਨਾ, ਕਿਉਂਕਿ ਮੇਰੇ ਕੋਲ ਮਿਕਸਡ ਫ੍ਰੈਕਸ਼ਨ ਦੇ ਵਿੱਚ ਆਨਸਰ ਹੈ 13 3 ਜਾ 39, ਥੱਲੇ ਆ ਗਿਆ 1, ਸੋ ਆਨਸਰ ਕੀ ਆਊਗਾ 3/1/13 ਮੇਰਾ ਆਨਸਰ ਆਊਗਾ, 3/1/13 ਹੈਗਾ ਮੇਰਾ ਡੀ ਆਪਸ਼ਨ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ। फिर टाइम एंड वर्क का कंपैरिजन ना 9 men 3 men and 9 boys can finish a work piece of work in 21 days। देखो चाहे 3 men हो ਚਾਹੇ 9 ਉਹਦੀ ਜਗ੍ਹਾ ਤੇ 9 ਬॉयਜ਼ ਹੋਣ 21 ਦਿਨਾਂ 'ਚ ਕੰਮ ਖਤਮ ਕਰ ਦੋਗੇ। ਇਹਦਾ ਮਤਲਬ ਮੈਂ ਆ ਕਹਿ ਸਕਦਾ ਵਾਂ ਕਿ 3 ਮੈਨ ਜਿਹੜੇ ਹੈਗੇ ਆ ਉਹ 9 ਬॉयਜ਼ ਦੇ ਬਰਾਬਰ ਆ, ਕਿਉਂਕਿ ਆ 3 ਮੈਨ ਵੀ 21 ਦਿਨਾਂ 'ਚ ਕੰਮ ਖਤਮ ਕਰ ਰਹੇ ਆ, 9 ਬॉयਜ਼ ਵੀ 21 ਦਿਨਾਂ 'ਚ ਖਤਮ ਕਰ ਰਹੇ ਆ। ਇਹਦਾ ਮਤਲਬ 3 ਮੈਨ ਦੀ ਜਿਹੜੀ ਸ਼ਮਤਾ ਵਾ ਕੰਮ ਕਰਨ ਦੀ ਉਹ 9 ਬॉयਜ਼ ਦੇ ਬਰਾਬਰ ਆ। ਇੱਕ ਮੈਨ ਦੀ ਕਿਹਦੇ ਬਰਾਬਰ ਹੋਊਗੀ? 3 ਬॉयਜ਼ ਦੇ। ਠੀਕ ਹੈ ਜੀ, ਇਹਨੂੰ ਮੈਂ ਡਿਵਾਈਡ ਕਰਤਾ। ਇਹ ਕੰਪੈਰੀਜ਼ਨ ਮੈਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਕੁਐਸਚਨ ਤਾਂ ਨਿਕਲਣਾ ਵਾ। ਠੀਕ ਹੈ, ਹੁਣ ਇੱਕ ਚੀਜ਼ ਦਾ ਮੈਨੂੰ ਪਤਾ ਵਾ ਕਿ 3 ਮੈਨ ਜਿਹੜੇ ਆ ਉਹ 21 ਡੇਜ਼ ਦੇ ਵਿੱਚ ਕੰਮ ਕੰਪਲੀਟ ਕਰਦੇ ਆ, 3 ਮੈਨ ਕੰਮ ਕੰਪਲੀਟ ਕਰਦੇ ਆ 21 ਡੇਜ਼ ਦੇ ਵਿੱਚ। ਤਾਂ ਦੱਸੋ, ਕਹਿੰਦਾ 5 ਮੈਨ ਤੇ 6 ਬॉयਜ਼ ਕਿੰਨੇ ਦਿਨਾਂ 'ਚ ਕਰਾਂਗੇ? ਕਿੰਨੇ ਦਿਨਾਂ 'ਚ ਕਰੂੰਗੇ? 5 ਮੈਨ ਪਲੱਸ 6 ਬॉयਜ਼। ਦੇਖੋ 3 ਬॉयਜ਼ ਦੀ ਜਗ੍ਹਾ ਤੇ ਮੈਂ ਇੱਕ ਮੈਨ ਲਿਖ ਸਕਦਾ ਵਾਂ, ਕਿਉਂਕਿ ਹੁਣ ਮੈਂ ਚੇਂਜ ਕਰਨਾ, ਸਾਰਿਆਂ ਨੂੰ ਮੈਨ 'ਚ ਕਨਵਰਟ ਕਰ ਦੇਣਾ। 3 ਬॉयਜ਼ ਦੀ ਜਗ੍ਹਾ ਤੇ ਇੱਕ ਮੈਨ, 3 ਬॉयਜ਼ ਦੀ ਜਗ੍ਹਾ ਤੇ ਇੱਕ ਮੈਨ, ਤੇ 6 ਬॉयਜ਼ ਦੀ ਜਗ੍ਹਾ ਤੇ 2 ਮੈਨ ਲਿਖ ਸਕਦਾ ਵਾਂ। ਇੱਥੇ ਮੇਰੇ ਕੋਲ ਆ ਗਿਆ 2 ਮੈਨ, ਇੱਥੇ ਆ ਗਿਆ 5 ਮੈਨ। ਐਕਚੁਅਲ ਜੋ ਕਿ 7 ਮੈਨ ਦੇ ਬਾਰੇ ਪੁੱਛ ਰਿਹਾ ਵਾ। 3 ਮੈਨ 21 ਦਿਨ 'ਚ ਕੰਮ ਕਰਦੇ ਆ, 7 ਮੈਨ ਕਿੰਨੇ ਦਿਨਾਂ 'ਚ ਕੰਮ ਕਰੋਗੇ ਆ ਪੁੱਛਿਆ ਹੋਇਆ ਵਾ। 7 3 ਜਾਂ 21, 3 3 ਜਾਂ 9, 9 ਡੇਜ਼ ਦੇ ਵਿੱਚ ਜਿਹੜਾ ਹੈਗਾ ਵਾ ਉਹ ਕੰਮ ਖਤਮ ਕਰੋਗੇ। ਠੀਕ ਹੈ ਜੀ, 9 ਡੇਜ਼ ਮੇਰਾ ਆਨਸਰ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। A train increases its speed by 12.5% reach destination 20 minutes। ਦੇਖੋ ਕੁਐਸਚਨ ਤਾਂ ਹੈਗਾ ਸਪੀਡ, ਡਿਸਟੈਂਸ ਤੇ ਟਾਈਮ ਦਾ, ਪਰ ਕੁਐਸਚਨ ਕਰਾਂਗੇ ਆਪਾਂ ਰੇਸ਼ੋ ਦੇ ਨਾਲ। ਠੀਕ ਹੈ ਜੀ, ਦੇਖੋ ਇੱਕ ਗੱਲ ਦਾ ਧਿਆਨ ਰੱਖਣਾ ਵਾ, ਇਹਦੇ ਵਿੱਚ ਬੇਸਿਕ ਫਾਰਮੂਲਾ ਕੀ ਹੁੰਦਾ ਵਾ? ਸਪੀਡ ਇਜ਼ ਇਕੁਅਲ ਟੂ ਡਿਸਟੈਂਸ ਅਪੋਨ ਟਾਈਮ। ਸਪੀਡ ਤੇ ਟਾਈਮ ਆਪਸ ਦੇ ਵਿੱਚ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੇ ਆ। ਠੀਕ ਹੈ, ਰੇਸ਼ੋ ਵੀ ਇਨਵਰਸ ਹੋ ਜਾਂਦੀ ਆ। ਦੇਖੋ ਉਹ ਕੀ ਕਹਿ ਰਿਹਾ ਵਾ? ਸਪੀਡ ਇਨਕਰੀਜ਼ ਹੋਈ ਹੈ, ਸਪੀਡ ਇਨਕਰੀਜ਼ ਕਿੰਨੀ ਹੋਈ ਹੈ? 12.5% ਤੋਂ। ਹੁਣ ਇੱਥੇ ਇੱਕ ਹੋਰ ਚੀਜ਼ ਦੇਖੋ, ਰੇਸ਼ੋ ਤਾਂ ਆਈ ਹੈ, ਪਰਸੈਂਟੇਜ ਦੀਆਂ ਫ੍ਰੈਕਸ਼ਨਸ ਵੀ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਵਾ। 12.5% ਦਾ ਮਤਲਬ ਹੁੰਦਾ ਵਾ 1/8 ਫ੍ਰੈਕਸ਼ਨ। 1/8 ਵਧੀ, ਇਹਦਾ ਮਤਲਬ ਮੈਂ ਇੱਦਾਂ ਕਹਿ ਸਕਦਾ ਕਿ ਪਹਿਲਾਂ ਸਪੀਡ ਅਗਰ 8 ਸੀਗੀ ਤੇ ਹੁਣ 9 ਹੋ ਗਈ। ਵਧੀ ਕਿੰਨੀ ਆ? 12.5%, ਜੋ ਕਿ 1/8 ਹੁੰਦਾ ਵਾ। 8 ਦਾ 1/8 ਕਿੰਨਾ ਹੁੰਦਾ ਵਾ? 8 ਨੂੰ 8 ਕੈਂਸਲ ਕਰਤਾ, ਮੇਰੇ ਕੋਲ 1 ਹੀ ਰਹਿ ਗਿਆ, 1 ਮੈਂ ਵਧਾਤਾ। ਠੀਕ ਹੈ ਜੀ, ਲੱਗ ਗਈ ਸਮਝ? ਇਹਦਾ ਮਤਲਬ ਕੀ ਆ ਕਿ ਅਗਰ ਮੈਂ ਸਪੀਡ ਦੀ ਗੱਲ ਕਰਾਂ, ਸਪੀਡ ਦੇ ਰੇਸ਼ੋ ਦੀ ਗੱਲ ਕਰਾਂ, ਠੀਕ ਹੈ, ਪਹਿਲਾਂ ਸਪੀਡ ਸੀ 8, ਹੁਣ ਸਪੀਡ ਕਿੰਨੀ ਹੋ ਗਈ ਹੈ? 9, 12.5% ਵੱਧ ਗਈ, 1 ਵੱਧ ਗਿਆ, 1/8 12.5% ਵੱਧ ਗਿਆ। ਹੁਣ ਜਦੋਂ ਸਪੀਡ ਦੀ ਰੇਸ਼ੋ 8:9 ਹੋ ਗਈ ਆ ਤੇ ਟਾਈਮ ਜੋ ਕਿ ਇਹਦੇ ਇਨਵਰਸ ਹੁੰਦਾ ਵਾ, ਮੈਂ ਤੁਹਾਨੂੰ ਦੱਸਿਆ ਵਾ, ਉਹਦੀ ਰੇਸ਼ੋ ਕਿੰਨੀ ਹੋ ਜਾਊਗੀ? 9/8। ਟਾਈਮ ਘਟ ਗਿਆ। ਓਬਵੀਅਸਲੀ ਜਦੋਂ ਮੈਂ ਸਪੀਡ ਤੇਜ਼ ਕਰ ਦੂੰਗਾ ਆਪਾਂ ਜਲਦੀ ਪਹੁੰਚ ਜਾਵਾਂਗੇ, ਟਾਈਮ ਘੱਟ ਲੱਗੂਗਾ। ਉਹ ਕਹਿੰਦਾ ਟ੍ਰੇਨ ਇਨਕਰੀਜ਼ ਸਪੀਡਸ ਬਾਈ 12.5% ਐਂਡ ਰੀਚ ਦੀ ਡੈਸਟੀਨੇਸ਼ਨ 20 ਮਿੰਟਸ ਅਰਲੀਅਰ। 20 ਮਿੰਟ ਜਲਦੀ ਪਹੁੰਚ ਗਿਆ। ਇੱਥੇ ਕਿੰਨਾ ਜਲਦੀ ਪਹੁੰਚਿਆ? 1 ਯੂਨਿਟ। 1 ਯੂਨਿਟ ਜਲਦੀ ਪਹੁੰਚ ਗਿਆ। 1 ਯੂਨਿਟ ਮੇਰਾ ਜਿਹੜਾ ਹੈਗਾ ਵਾ ਉਹ 20 ਮਿੰਟ ਦੇ ਬਰਾਬਰ ਹੈ। ਪਹਿਲਾਂ ਉਹਨੂੰ 9 ਯੂਨਿਟ ਲੱਗ ਰਿਹਾ ਸੀ, ਹੁਣ 8 ਯੂਨਿਟ, ਕਿਉਂਕਿ ਸਪੀਡ ਵੱਧ ਗਈ। 1 ਯੂਨਿਟ 20 ਮਿੰਟ ਦੇ ਬਰਾਬਰ ਆ। ਉਹ ਕਹਿੰਦਾ ਦੱਸੋ ਨਾਰਮਲ ਸਪੀਡ ਤੇ ਕਿੰਨਾ ਟਾਈਮ ਲੱਗ ਰਿਹਾ ਸੀ? ਨਾਰਮਲ ਸਪੀਡ ਤੇ 8 ਦੀ ਸਪੀਡ ਤੇ ਟਾਈਮ ਕਿੰਨਾ ਲੱਗ ਰਿਹਾ ਸੀ? ਪਹਿਲਾਂ 9। 1 ਯੂਨਿਟ 20 ਮਿੰਟ ਦੇ ਬਰਾਬਰ ਹੈ ਤੇ 9 ਯੂਨਿਟ ਕਿਹਦੇ ਬਰਾਬਰ ਹੋ ਜਾਊਗਾ? 20 × 9, ਜੋ ਕਿ ਆ ਗਿਆ ਮੇਰੇ ਕੋਲ 180 ਮਿੰਟ ਦੇ ਬਰਾਬਰ। 180 ਹੈ ਸੀ ਆਪਸ਼ਨ। ਠੀਕ ਹੈ ਜੀ, ਬਹੁਤ ਈਜ਼ੀ ਕੁਐਸਚਨ ਸੀਗਾ, ਕੁਝ ਵੀ ਇਹ ਕਰਨ ਦੀ ਲੋੜ ਨਹੀਂ ਸੀ। ਰੇਸ਼ੋ ਦਾ ਕੁਐਸਚਨ ਸੀ, ਇਨਵਰਸ ਕਰਨਾ ਸੀ ਬਸ। ਠੀਕ ਹੈ ਜੀ, ਸਪੀਡ ਡਿਸਟੈਂਸ ਟਾਈਮ ਦੇ 3 ਕੁਐਸਚਨ ਆ, ਇਹ ਕਰ ਲਿਆ। ਇੱਕ ਆਵਾ, ਇੱਕ ਨੈਕਸਟ ਆਊਂਗਾ। ਕਹਿੰਦਾ ਮੈਨ ਸਟੈਂਡਿੰਗ ਔਨ ਅ ਪਲੇਟਫਾਰਮ ਫਾਈਂਡਸ ਦੈਟ ਦ ਟ੍ਰੇਨ ਟੇਕਸ 3 ਸੈਕਿੰਡਸ ਟੂ ਪਾਸ ਹਿਮ। ਦੇਖੋ ਅਗਰ ਮੈਂ ਸਪੀਡ ਡਿਸਟੈਂਸ ਟਾਈਮ ਦੀ ਗੱਲ ਕਰਾਂ, ਸਪੀਡ 1 ਲੈਂਦੇ ਆ, ਇੱਥੇ ਆ ਗਿਆ ਡਿਸਟੈਂਸ। ਦੇਖੋ ਟ੍ਰੇਨ ਲੈ ਰਹੀ ਹੈ 3 ਸੈਕਿੰਡ ਟੂ ਪਾਸ ਹਿਮ, ਇਹਦਾ ਮਤਲਬ ਡਿਸਟੈਂਸ ਕਿੰਨਾ ਕਵਰ ਕਰ ਲਈ ਹੈ? ਜੋ ਡਿਸਟੈਂਸ ਹੈਗਾ ਵਾ ਟ੍ਰੇਨ ਦੀ ਲੈਂਥ। ਸੋ ਇੱਥੇ ਮੈਂ ਲਿਖ ਦੂੰਗਾ ਕਿ ਡਿਸਟੈਂਸ ਟੀ ਮੀਨਸ ਟ੍ਰੇਨ ਦੀ ਲੈਂਥ।
अपॉन टाइम कितना लग रहा है मैनू 3 सेकंड्स। अनदर ट्रेन ऑफ सेम लेंथ का मतलब की होगा डिस्टेंस मेरा सेम होगा। मूविंग इन द ऑपोजिट डायरेक्शन टेक 4 सेकंड्स। अगर सेकंड्स मेरे को चेंज हो गए तो डिस्टेंस सेम सीगा, मतलब स्पीड का फर्क है। स्पीड मैं ले लूंगा इतने S2। दो केसेस बनाते। अ मैन स्टैंडिंग ऑन द प्लेटफॉर्म फाइंड्स दैट अ ट्रेन टेक्स 3 सेकंड्स टू पास हिम। ठीक है, एक स्पीड ते 3 सेकंड लगे। सेम ट्रेन ऑपोजिट डायरेक्शन तो आ रही है, ठीक है, ਉਹਨੂੰ लग रहे हैं 4 सेकंड, मतलब ਉਹਦੀ स्पीड फर्क होगी। स्पीड मैं अलग अलग लिखती S1 S2। कहते दसो अगर द टाइम टेकन बाय द ट्रेन्स टू पास ईच अदर, अगर ਇਹ ਆਪਸ ਇੱਕ ਦੂਜੇ ਨੂੰ ਪਾਸ ਕਰਨ ਦਾ ਕਿੰਨਾ ਟਾਈਮ ਲੱਗੂਗਾ, ਕਿਉਂਕਿ ਇਹ ਆ ਰਹੀਆਂ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ, ਇਹਨਾਂ ਦੀ ਸਪੀਡ ਕੀ ਹੋਊਗੀ, ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਸਪੀਡ ਜਿਹੜੀ ਹੁੰਦੀ ਹੈ ਉਹ ਪਲੱਸ ਹੋ ਜਾਂਦੀ ਹੈ। ਠੀਕ ਹੈ, ਇਹਨਾਂ ਦੋਨਾਂ ਦੀ ਸਪੀਡ ਐਡ ਹੋ ਜਾਊਗੀ, ਇਹਦਾ मतलब S1 प्लस S2 ਹੋ ਜਾਊਗੀ। ਮੈਂ ਐਕਚੁਅਲ ਚ ਕੱਢਣਾ ਕੀ ਹੈ, ਟਾਈਮ ਕੱਢਣਾ ਵਾ। ਠੀਕ ਹੈ, ਹੁਣ ਦੇਖੋ डिस्टेंस कितना कवर करना है, स्पीड इज इक्वल टू डिस्टेंस अपॉन टाइम वाला फॉर्मूला लगाना। मैं डिस्टेंस कितना वा, दोनों ट्रेन सेम लेंथ दियां वा। डी अगर मैं डी की गल ही करा, क्योंकि सेम लेंथ दी है, मैं इतने लिख दूंगा कि उन्होंने डिस्टेंस कवर करना वा 2D। डिस्टेंस कवर करना वा 2D, 2 डिस्टेंस ऑफ ट्रेन अपॉन टाइम जड़ा वा वो मैं इतने फाइंड आउट करना वा। ठीक है, हूँ देखो S1 की जगह पर मैं लिख देव डिस्टेंस ऑफ ट्रेन अपॉन 3 प्लस S2 की जगह पे लिख देव डिस्टेंस ऑफ ट्रेन अपॉन 4 इज इक्वल टू ट्वाइस ऑफ डिस्टेंस ऑफ ट्रेन अपॉन टाइम, जो कि मैं फाइंड करना वा। देखो इतने डिस्टेंस ऑफ ट्रेन मैं कट सकता, इन्होंने मैं कॉमन लैके भी कट सकता, मैं इदा भी कट सकता वा। ठीक है, इन्हों की इक्वेशन के एलसीएम कितना आऊगा 12, 4 ते 3 12, ऊपर कितना आ गया 4 प्लस 3 7, इतने कितना आ जाऊगा 2/t। इतने कितना आ गया, अगे मेरे को आ गया 7/12 इज इक्वल टू 2/t। टी ਨੂੰ इधर ले जाओ, बाकी क्रॉस कर दो। t इज इक्वल टू 2 × 12 अपॉन 7। 24/7 मेरे को आ गया आंसर। 24/7 ਨੂੰ अगर मैं मिक्स फ्रैक्शन च लिखना हो तो 7 3 21, पिछे की बचा 3 3/7 जो है बी ऑप्शन मेरा आंसर होगा। ठीक है जी, चलो नेक्स्ट क्वेश्चन देखते हैं। कहता ट्रेन ए पासिस अ लैंप पोस्ट इन 9 सेकेंड्स। ठीक है, एक ट्रेन हैगी वो पास, देखो मैं स्पीड लिखदा, स्पीड इज इक्वल टू डिस्टेंस अपॉन टाइम। डिस्टेंस इत्थे की होऊगा, ट्रेन दी लेंथ किन्ने टाइम दे विच 9 सेकंड दे विच। अगर सिर्फ लैंप पोस्ट नू पास करना होवे तो कितना टाइम लग रहा है 9 सेकंड, पर 700 मीटर का प्लेटफॉर्म पास करना होवे तो कितना टाइम लग रहा है 30 सेकंड। जो 700 मीटर का प्लेटफॉर्म नू पार करना होंदा ट्रेन ने, तो ट्रेन का अपनी लेंथ ते प्लेटफॉर्म का डिस्टेंस दोनों नू ऐड करके आप डिस्टेंस दे विच लिखते हैं। ठीक है, क्योंकि सेम ही स्पीड ना चल रही है, स्पीड इज इक्वल टू डिस्टेंस इतने कितना आ गया, डिस्टेंस ऑफ ट्रेन प्लस 700 मीटर। 700 मीटर की आ गया, यह कर रहा है 30 सेकंड्स दे विच। हाउ मच टाइम विल द सेम ट्रेन टेक टू क्रॉस अ प्लेटफॉर्म विच इज 800 मीटर वाला देखना। सब तो पहला की है कि मैं दोनों की स्पीड सेम है, इसलिए मैं इक्वेट कर दूंगा डी टी, डिस्टेंस देखते हैं ट्रेन का कितना वा, बाय 9 इज इक्वल टू डी टी प्लस 700/3। ठीक है जी, 3 3 इतने आ गया 10 10 डी टी इज इक्वल टू 3 डी टी प्लस इतने आ गया मेरे को 2100, 7 डी टी आ गया 2100 ते डिस्टेंस ऑफ ट्रेन मेरे को आ गया 300। डिस्टेंस ऑफ ट्रेन मेरे को कितना आ गया, डिस्टेंस ऑफ ट्रेन मेरे को आ गया 300। हूँ अगर मैं डिस्टेंस ऑफ ट्रेन जो वा इतने उपर पुट कर देव 300/9, 3 3 इतने कितना आ गया 100, स्पीड कितनी आ गई 100/3 मीटर पर सेकेंड, क्योंकि मीटर की गल हो रही है, सेकेंड की गल हो रही है, मीटर पर सेकेंड। स्पीड भी आ गई मेरे को ट्रेन का डिस्टेंस भी आ गया, प्लेटफॉर्म भी 800 मीटर का। हूँ दोबारा लगा दो फॉर्मूला, स्पीड इज इक्वल टू डिस्टेंस अपॉन टाइम वाला। स्पीड कितनी आ गई 100/3, डिस्टेंस कितना आ गया, डिस्टेंस ट्रेन का हैगा वा 300 मीटर, प्लेटफॉर्म का हैगा 800 मीटर, टोटल कितना हो गया 1100 मीटर। टाइम लभना वा मैं, इतने आ गया 1100 मीटर। चलो एक स्टैप कर ही देने होर, 1100/t 3 है, यह दो इतने कट गए, सिंगल अच्छा 100 से दो इतों कट गए। टाइम कितना आ जाऊंगा मेरे को 11 × 3 33 सेकंड जो है तो मेरे को आना। ठीक है जी, समझ गए सारे जाने। चलो 33 आ गया आंसर। नेक्स्ट क्वेश्चन देखते हैं। फिर सिंपल इंटरेस्ट कंपाउंड इंटरेस्ट का क्वेश्चन है, कहता कंसीडर द फॉलोइंग स्टेटमेंट। 3 स्टेटमेंट दसियां हुई वा, दसो कहता कि
ਇਫ ਦਾ ਸਮ ਆਫ ਮਨੀ ਇਜ਼ ਲੈਂਡ ਐਟ ਸਿੰਪਲ ਇੰਟਰਸਟ ਦੈਨ, ਇਹਨਾਂ ਚੋਂ ਸਟੇਟਮੈਂਟ ਦੱਸਣੀਆਂ ਵਾ ਕਿਹੜੀਆਂ ਸਹੀ ਹੈ ਕਿਹੜੀਆਂ ਗਲਤ ਆ। ਕਹਿੰਦਾ ਅਗਰ ਆਪਾਂ ਸਿੰਪਲ ਇੰਟਰਸਟ ਤੇ ਕੋਈ ਪੈਸਾ ਰੱਖੀਏ, ਉਹ ਕਹਿੰਦਾ ਡਬਲ ਹੋ ਜਾਊਗਾ 5 ਸਾਲਾਂ ਦੇ ਵਿੱਚ। ਇਫ ਦਾ ਰੇਟ ਆਫ ਇੰਟਰਸਟ ਇਜ਼ 16%, ਕੀ ਡਬਲ ਹੋ ਜਾਊਗਾ? ਦੇਖੋ ਡਬਲ ਹੋਣ ਲਈ ਕੀ ਹੁੰਦਾ ਵਾ, ਡਬਲ ਹੋਣ ਲਈ ਜਿਹੜਾ ਇੰਟਰਸਟ ਹੁੰਦਾ ਵਾ ਸਾਡਾ ਸਿੰਪਲ ਇੰਟਰਸਟ ਦੇ ਵਿੱਚ, ਉਹ ਪ੍ਰਿੰਸੀਪਲ ਦੇ ਬਰਾਬਰ ਹੋਣਾ ਚਾਹੀਦਾ ਵਾ ਉਸ ਪੀਰੀਅਡ ਦੇ ਵਿੱਚ। ਇਹਦਾ ਮਤਲਬ 100% ਹੋਣਾ ਚਾਹੀਦਾ ਵਾ। ਅਗਰ ਮੇਰਾ ਪ੍ਰਿੰਸੀਪਲ ਪਹਿਲਾਂ P ਸੀਗਾ, ਹੁਣ 2P ਹੋ ਗਿਆ, ਡਬਲ ਹੋ ਗਿਆ, 100% ਵੱਧ ਗਿਆ, 100% ਵਧਣ ਲਈ ਕੀ ਸਿਸਟਮ ਹੈ? 100% ਵਧਣ ਲਈ 5 ਸਾਲਾਂ ਦੇ ਵਿੱਚ ਮੈਨੂੰ 20% ਦਾ ਅਗਰ ਰੇਟ ਆਫ ਇੰਟਰਸਟ ਮਿਲੂਗਾ ਤਾਂ 100% ਹੋਊਗਾ। ਸਮਝ ਗਏ? ਸਿੰਪਲ ਇੰਟਰਸਟ ਦੇ ਵਿੱਚ ਕੀ ਹੁੰਦਾ, ਹਰ ਸਾਲ ਸੇਮ ਵਿਆਜ ਮਿਲਦਾ ਵਾ, ਹਰ ਸਾਲ ਸੇਮ। ਇਹਦੇ ਵਿੱਚ ਅਗਰ ਹਰ ਸਾਲ ਮੈਨੂੰ 20% ਮਿਲਦਾ ਰਿਹਾ, 5 ਸਾਲਾਂ 'ਚ 100% ਮਿਲ ਜਾਊਗਾ, ਫਿਰ ਜਾ ਕੇ ਪੈਸਾ ਡਬਲ ਹੋਊਗਾ। 16% 'ਚ ਨਹੀਂ ਹੋਊਗਾ। ਠੀਕ ਹੈ। ਮਨੀ ਗੈਸ ਡਬਲ ਇਨ 5 ਈਅਰ ਇਫ ਦਾ ਰੇਟ ਆਫ ਇੰਟਰਸਟ ਇਜ਼, ਇਹ ਬਿਲਕੁਲ ਠੀਕ ਆ ਕਿ ਮਨੀ ਜਿਹੜੀ ਤੁਹਾਡੀ ਆ ਉਹ 5 ਸਾਲਾਂ 'ਚ 20% ਡਬਲ ਹੋ ਜਾਊਗੀ। 100% ਡਬਲ ਤਦ ਹੁੰਦੀ ਜਦੋਂ 100% ਵੱਧ ਜਾਂਦਾ ਵਾ। ਤੀਜਾ ਹੈਗਾ ਵਾ, ਕਹਿੰਦਾ ਮਨੀ ਬਿਕਮਸ 4 ਟਾਈਮਸ ਇਨ 10 ਈਅਰਸ ਇਫ ਇਟ ਗੈਟ ਡਬਲਸ ਇਨ 5 ਈਅਰਸ। ਆ ਸਹੀ ਹੈ ਕਿ ਨਹੀਂ ਦੱਸੋ? ਦੇਖੋ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਡਿਫਰੈਂਟ ਤਰੀਕੇ ਨਾਲ ਚੱਲਦੇ, ਤੁਹਾਨੂੰ ਮੈਂ ਸਮਝਾਉਣਾ। ਦੇਖੋ ਸਿੰਪਲ ਇੰਟਰਸਟ ਦੀ ਅਗਰ ਮੈਂ ਗੱਲ ਕਰਾਂ, ਸਿੰਪਲ ਇੰਟਰਸਟ ਅਗਰ ਪ੍ਰਿੰਸੀਪਲ ਮੇਰਾ ਡਬਲ ਹੋ ਗਿਆ, ਇੱਥੇ ਹੋ ਗਿਆ 2P, ਡਬਲ ਕਹਿੰਦਾ ਹੋ ਰਿਹਾ ਵਾ 5 ਈਅਰਸ ਦੇ ਵਿੱਚ, ਆਹੀ ਕਹਿ ਰਿਹਾ ਵਾ। ਯਾਦ ਰੱਖਿਓ ਸਿੰਪਲ ਇੰਟਰਸਟ ਦੇ ਵਿੱਚ ਕੀ ਹੁੰਦਾ ਵਾ, ਅਗਰ ਇਹ 5 ਸਾਲਾਂ ਦੇ ਵਿੱਚ ਡਬਲ ਹੋ ਗਿਆ ਨਾ, ਤੇ ਹਰ 5 ਸਾਲਾਂ ਦੇ ਵਿੱਚ ਉਨਾ ਹੀ ਵਧੂਗਾ ਜਿੰਨਾ ਇਹ ਪਹਿਲਾਂ ਵਧਿਆ ਵਾ। P ਵਧਿਆ ਵਾ, ਅਗਲੇ 'ਚ ਫਿਰ P ਹੀ ਐਡ ਹੋਊਗਾ, ਮਤਲਬ 3P ਹੋਊਗਾ। ਫਿਰ ਅਗਲੇ 5 ਸਾਲਾਂ 'ਚ 4P ਹੋਊਗਾ। ਪਹਿਲੇ 5 ਸਾਲਾਂ 'ਚ ਸਿੰਪਲ ਇੰਟਰਸਟ ਅਗਰ ਡਬਲ ਹੋਇਆ ਵਾ ਨਾ, ਤੇ ਅਗਲੇ ਦੇ ਵਿੱਚ ਕੀ ਹੁੰਦਾ, ਕਿਉਂਕਿ ਇਹਦੇ ਪ੍ਰਿੰਸੀਪਲ ਦੇ ਉੱਤੇ ਵਿਆਜ ਨਹੀਂ ਪੈਣਾ, ਜਿਹੜਾ ਵਿਆਜ ਮਿਲਿਆ ਮੈਨੂੰ, ਸੌਰੀ ਪ੍ਰਿੰਸੀਪਲ ਦੇ ਉੱਤੇ ਹੀ ਵਿਆਜ ਪੈਣਾ ਵਾ, ਜਿਹੜਾ ਅੱਗੇ ਵਿਆਜ ਮਿਲਿਆ ਉੱਤੇ ਵਿਆਜ ਨਹੀਂ ਪੈਣਾ ਸਿੰਪਲ ਇੰਟਰਸਟ ਦੇ ਵਿੱਚ। ਸਿੰਪਲ ਇੰਟਰਸਟ ਦੀ ਜਿਹੜੀ ਲੈਡਰ ਹੈ ਕਿੱਦਾਂ ਚੱਲਦੀ ਹੈ, P 2P 3P 4P, 2 ਗੁਣਾ 3 ਗੁਣਾ 4 ਗੁਣਾ। ਇਹਦਾ ਮਤਲਬ 10 ਸਾਲਾਂ ਦੇ ਵਿੱਚ 5 ਤੇ 5 10 ਸਾਲਾਂ ਦੇ ਵਿੱਚ 3 ਗੁਣਾ ਹੋਊਗਾ, 4 ਗੁਣਾ ਨਹੀਂ ਹੋਊਗਾ। 4 ਗੁਣਾ ਕਿੱਦਾਂ ਹੁੰਦਾ? ਕੰਪਾਊਂਡ ਇੰਟਰਸਟ। ਕੰਪਾਊਂਡ ਇੰਟਰਸਟ ਵੀ ਸਮਝ ਲਈਏ ਇੱਕ ਵਾਰ। ਅਗਰ ਮੇਰਾ ਪ੍ਰਿੰਸੀਪਲ ਡਬਲ ਹੋ ਗਿਆ 5 ਸਾਲਾਂ ਦੇ ਵਿੱਚ, ਤੇ ਯਾਦ ਰੱਖਿਓ ਇਹ ਹਰ 5 ਸਾਲਾਂ ਦੇ ਵਿੱਚ ਪਿਛਲੇ ਅਮਾਊਂਟ ਨੂੰ ਡਬਲ ਕਰ ਦਿੰਦਾ ਵਾ। ਕੰਪਾਊਂਡ ਇੰਟਰਸਟ ਦੀ ਆਹੀ ਖਾਸੀਅਤ ਹੈ, 8th ਵੰਡਰ ਆਫ ਦਾ ਵਰਲਡ ਹੈ। ਠੀਕ ਹੈ ਜੀ। 5 ਸਾਲਾਂ 'ਚ 2P, ਅਗਲੇ 5 ਸਾਲਾਂ ਦੇ ਵਿੱਚ 2P ਨੂੰ 4P ਕਰ ਦੂੰਗਾ, ਅਗਲੇ 5 ਸਾਲਾਂ ਦੇ ਵਿੱਚ 4P ਨੂੰ 8P ਕਰ ਦੂੰਗਾ, ਫਿਰ 16P ਕਰ ਦੂੰਗਾ। ਠੀਕ ਹੈ। ਇੱਥੇ 10 ਸਾਲਾਂ ਦੇ ਵਿੱਚ 4 ਗੁਣਾ ਹੋ ਜਾਣਾ ਸੀ, ਪਰ ਇੱਥੇ ਨਹੀਂ ਹੋਣਾ। ਇਹਦਾ ਮਤਲਬ ਆ ਵੀ ਗਲਤ ਆ। ਓਨਲੀ 2 ਅਲੋਨ ਇਜ਼ ਕਰੈਕਟ। ਠੀਕ ਹੈ ਜੀ। ਚਲੋ 36 ਦੇਖਦੇ ਹਾਂ। The interest earned on 4,000 when the invested in scheme A for 2 years। ਦੇਖੋ ਸਿੰਪਲ ਇੰਟਰਸਟ ਦਾ ਸਿੰਪਲ ਫੰਡਾ ਹੁੰਦਾ ਵਾ, ਤੁਹਾਨੂੰ 7% ਦਿੱਤੀ ਹੈ 2 ਸਾਲਾਂ ਲਈ, ਮੈਂ ਇਹਦਾ 14% ਕੱਢ ਦੇਵਾਂ ਤੇ ਮੇਰੇ ਕੋਲ ਸਿੰਪਲ ਇੰਟਰਸਟ ਆ ਜਾਊਗਾ। ਠੀਕ ਹੈ। 4000 ਦਾ 10% ਕਿੰਨਾ ਹੁੰਦਾ ਵਾ? 400। ਤੇ 4000 ਦਾ 10% ਹੁੰਦਾ ਵਾ 400, ਤੇ 4% ਕਿੰਨਾ ਹੋਊਗਾ? 1% ਹੋਊਗਾ 40, ਤੇ 4% ਹੋ ਗਿਆ 160। ਮੇਰੇ ਕੋਲ 14% ਆ ਗਿਆ 560 ਦੇ ਬਰਾਬਰ। ਕਹਿੰਦਾ ਦਾ ਇੰਟਰਸਟ ਅਰਨਡ ਔਨ 4,000 ਵੈਨ ਇਨਵੈਸਟਡ ਇਨ ਸਕੀਮ A ਫॉर 2 ਇਅਰਸ ਇਜ਼ 7% ਐਨੂਅਲ ਪਰ ਐਨਮ ਸਿੰਪਲ ਇੰਟਰਸਟ। ਜੋ ਕਹਿੰਦਾ ਵਿਆਜ ਆਇਆ ਨਾ, ਇਹ ਅੱਧਾ ਵਿਆਜ ਆ। ਕਿਤੋਂ? ਅੱਗੇ ਉਹਨੇ ਇੱਕ ਹੋਰ ਕੰਡੀਸ਼ਨ ਦਿੱਤੀ ਹੈ, ਆ ਵਿਆਜ ਅੱਧਾ ਵਾ। ਇਹਦਾ ਮਤਲਬ ਜਿਹੜੀ ਅਗਲੀ ਕੰਡੀਸ਼ਨ ਤੋਂ ਵਿਆਜ ਨਿਕਲ ਕੇ ਆਣਾ ਉਹ ਇਹ ਤੋਂ ਡਬਲ ਹੋਊਗਾ। 560 ਦਾ ਡਬਲ ਕਿੰਨਾ ਹੁੰਦਾ ਵਾ? 1120। 500 ਦਾ ਡਬਲ 1000, 60 ਦਾ ਡਬਲ 120, 1120। ਅਗਲੀ ਸਕੀਮ 'ਚ ਕੀ ਕਰ ਰਿਹਾ ਵਾ ਕਿ ਹਾਫ ਹੈ ਡਬਲ ਕਰਤਾ। ਵੈਨ ਐਕਸ, ਇੱਥੇ ਲਿਖਦੇ ਐਕਸ ਮੀਨਸ ਪ੍ਰਿੰਸੀਪਲ ਇਜ਼ ਇਨਵੈਸਟਡ ਫॉर 5 ਈਅਰਸ, PRT upon 100 ਵਾਲਾ ਫਾਰਮੂਲਾ। P ਹੈਗਾ X, R ਦੇਖਦੇ ਆ ਕਿੰਨਾ, ਸੇਮ ਰੇਟ ਆਫ ਇੰਟਰਸਟ ਆ, ਮਤਲਬ 7% ਆ, 5 ਸਾਲ ਲਈ upon 100 ਆ ਗਿਆ। ਉਹ ਕਹਿੰਦਾ ਦੱਸੋ X ਦੀ ਵੈਲਿਊ ਕਿੰਨੀ ਹੈ? X ਦੀ ਵੈਲਿਊ ਕੱਢਣੀ ਹੈ। X ਦੀ ਵੈਲਿਊ ਕੱਢਣੀ ਹੈ ਤਾਂ 1120 ਇੰਟੂ 100 ਕਰ ਦਿਓ, ਥੱਲੇ 5 ਇੰਟੂ 7, ਇੱਥੇ ਆ ਗਿਆ 20 ਮੇਰੇ ਕੋਲ, ਕਿਉਂਕਿ ਰਾਊਂਡ ਫਿਗਰ ਦੇ ਵਿੱਚ ਆਂਸਰ ਆ 7 ਦੀ ਕਟਿੰਗ ਹੋਊਗੀ। 7 1 7, ਅੱਗੇ ਆ ਗਿਆ 42, 7 6 42, 160 ਨੂੰ 2 ਨਾਲ ਕਰਾਂਗੇ ਤਾਂ 320, 3200 ਮੇਰਾ ਆਂਸਰ ਆ ਗਿਆ। X ਦੀ ਵੈਲਿਊ ਆ ਗਈ 3200। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। A sum of 12,000 deposited at compound interest becomes double। ਦੇਖੋ ਹੁਣ ਕੰਪਾਊਂਡ ਇੰਟਰਸਟ ਦੀ ਲੈਡਰ ਬਣਾਉਂਦੇ ਆ। ਕੰਪਾਊਂਡ ਇੰਟਰਸਟ ਦੀ ਆਪਾਂ ਲੈਡਰ ਬਣਾਵਾਂਗੇ। ਕਹਿੰਦਾ ਇੱਥੇ 12,000 ਰੁਪਇਆ ਰੱਖਿਆ, ਠੀਕ ਹੈ, ਮੈਂ ਇਹਨੂੰ ਮੰਨ ਲੈਣਾ ਪ੍ਰਿੰਸੀਪਲ ਰੱਖਿਆ ਸੀ। ਡਿਪੋਜ਼ਿਟ ਕੰਪਾਊਂਡਡ ਬਿਕਮਸ ਡਬਲ ਆਫਟਰ 5 ਈਅਰ। ਆ ਇੱਥੇ 2P ਹੋ ਗਿਆ
5 ਸਾਲਾਂ ਦੇ ਵਿੱਚ। ਦੱਸੋ ਕਹਿੰਦਾ 20 ਈਅਰਸ ਬਾਅਦ ਕੀ ਹੋਊਗਾ। ਦੇਖੋ 2p ਦਾ ਅਗਲੇ 5 ਸਾਲਾਂ ਚ ਡਬਲ ਹੋ ਜਾਣਾ 4p, ਇੱਥੇ ਮੈਂ 5 ਸਾਲ ਲਿਖ ਦੇਣਾ। ਦੋ ਤਰੀਕੇ ਆ, ਇੱਕ ਆ ਤਰੀਕਾ ਵਾ, ਇੱਕ ਫਾਰਮੂਲੇ ਵਾਲਾ ਤਰੀਕਾ ਵੀ, ਉਹ ਵੀ ਮੈਂ ਕਰਵਾ ਦੂੰਗਾ। 5 ਤੇ 5 10 ਸਾਲ ਹੋਏ, ਉਹਨੇ 20 ਸਾਲ ਪੁੱਛਿਆ ਵਾ। 4p ਦਾ ਹੋ ਜਾਣਾ ਵਾ 8p, ਅਗਲੇ 5 ਸਾਲਾਂ ਚ 8p ਹੋ ਗਿਆ। 8p ਦਾ ਹੋ ਜਾਣਾ ਵਾ 16p, ਜੋ ਪ੍ਰਿੰਸੀਪਲ ਸੀ ਉਹਦਾ 16 ਗੁਣਾ ਹੋ ਗਿਆ 5 ਈਅਰਸ। ਹੁਣ ਹਰ 5 ਸਾਲਾਂ ਚ ਪਿਛਲਾ ਪੈਸਾ ਡਬਲ ਹੁੰਦਾ ਹੈ, ਕੰਪਾਊਂਡ ਇੰਟਰਸਟ ਦੀ ਖਾਸੀਅਤ ਹੈ। 5 10 15 20 20 ਸਾਲਾਂ ਦੇ ਵਿੱਚ ਕਿੰਨਾ ਹੋ ਗਿਆ 16 ਗੁਣਾ। ਇਹਦਾ ਮਤਲਬ ਪੈਸੇ ਮੈਂ ਕਿੰਨੇ ਜਮ੍ਹਾਂ ਕਰਾਏ ਸੀ 12000, 12000 ਦਾ 16 ਗੁਣਾ ਕਰਨਾ ਵਾ। 16 ਨੂੰ 12 ਨਾਲ ਕਰ ਦੋ, 16 10 ਦਾ ਕਿੰਨਾ ਹੁੰਦਾ ਵਾ 160, ਤੇ ਮੈਂ 32 ਹੋਰ ਐਡ ਕਰਤੇ, ਮੇਰੇ ਕੋਲ ਆ ਗਿਆ 192। 192 ਵਾਲਾ ਕਿਹੜਾ ਆਪਸ਼ਨ ਹੈ, ਪਿੱਛੇ 3 0 ਆ ਜਾਣੇ ਆ, ਡੀ ਆਪਸ਼ਨ। ਠੀਕ ਹੈ ਜੀ, ਕਿੰਨੇ ਟਾइम्स हो गया मेरे को 16 टाइम्स हो गया। समझ गए फॉर्मूला किदा करीदा, फॉर्मूला अगर कर लो तो ठीक है, नहीं तो आ तरीका ठीक है। देखो वो कह रहा डबल हो रहा वा, डबल हो रहा वा 5 ईयर्स ਦੇ ਵਿੱਚ। ਜਦੋਂ ਡਬਲ ਦੀ ਗੱਲ ਕਰੂੰਗਾ ਮੈਂ 2 ਲਿਖੂੰਗਾ, ਅਗਰ 3 ਗੁਣਾ ਪਹਿਲੀ ਕੰਡੀਸ਼ਨ ਦਿੱਤਾ ਤਾਂ ਮੈਂ 3 ਲਿਖ ਦੇਣਾ ਸੀਗਾ। ਅੱਛਾ ਇਹ ਐਕਚੁਅਲੀ ਆਪਾਂ ਲੱਭਣਾ ਵਾ, ਠੀਕ ਹੈ। ਇਸੇ ਤਰੀਕੇ ਨਾਲ ਕਰੋ, ਫਾਰਮੂਲਾ ਹੁੰਦਾ ਅਗਰ ਟਾइम्स ਦੱਸਣਾ ਹੋਵੇ ਤਾਂ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਫਿਰ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਦਾ ਇਹ ਕੁਐਸਚਨ ਬਾਰ-ਬਾਰ ਆਉਂਦਾ। ਕਾਂਸਟੇਬਲ ਦੇ ਵਿੱਚ 2 ਇਅਰਸ ਆਇਆ ਹੋਇਆ ਸੀਗਾ ਤੇ ਹੁਣ 3 ਇਅਰਸ ਆਇਆ ਹੋਇਆ ਵਾ। ਉਹ ਕਹਿ ਰਹੇ ਦ ਡਿਫਰੈਂਸ ਬਿਟਵੀਨ ਦ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ ਐਂਡ ਸਮ ਫॉर 3 ਇਅਰਸ। 3 ਸਾਲ ਕੋਈ ਪੈਸਾ ਰੱਖਿਆ ਸੀ, ਠੀਕ ਹੈ, ਉਹ 5% ਤੇ 3 ਸਾਲ ਲਈ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ, ਉਹਨਾਂ ਦਾ ਵਿਆਜ ਦਾ ਡਿਫਰੈਂਸ ਨਿਕਲ ਕੇ ਆਇਆ ਮੇਰੇ ਕੋਲ 120 ਰੁਪਏ। ਕਹਿੰਦਾ ਦੱਸੋ ਕਿੰਨਾ ਪ੍ਰਿੰਸੀਪਲ ਰੱਖਿਆ ਸੀ। ਇਹਦਾ ਡਾਇਰੈਕਟ ਫਾਰਮੂਲਾ ਵਾ PR ਕਿਊਬ ਅਪੋਨ 100 ਦਾ ਕਿਊਬ प्लस 3PR स्केयर अपॉन 100 ਦਾ ਸਕੇਅਰ। ਕਿਹਦੇ ਬਰਾਬਰ ਹੁੰਦਾ ਵਾ ਡਿਫਰੈਂਸ ਦੇ, ਡਿਫਰੈਂਸ ਆਫ ਇੰਟਰਸਟ ਦੇ। ਆ ਫਾਰਮੂਲਾ ਹੀ 3 ਸਾਲ ਦਾ ਹੁੰਦਾ ਵਾ, ਇਸ ਲਈ ਇੱਥੇ ਟਾਈਮ ਕਿਤੇ ਨਹੀਂ ਲਿਖਿਆ। ਪ੍ਰਿੰਸੀਪਲ ਤੇ ਰੇਟ ਦੋ ਹੀ ਚੀਜ਼ਾਂ ਵਿੱਚ ਦਿੱਤੀਆਂ ਤੇ ਡਿਫਰੈਂਸ ਤੀਜੀ ਚੀਜ਼ ਹੈ। ਡਿਫਰੈਂਸ ਦਿੱਤਾ ਹੋਇਆ ਵਾ, ਰੇਟ ਦਿੱਤਾ, ਪ੍ਰਿੰਸੀਪਲ ਕੱਢਣਾ ਵਾ। ਦੇਖੋ ਪ੍ਰਿੰਸੀਪਲ ਇਨਟੂ ਰੇਟ ਕਿੰਨਾ ਮੇਰੇ ਕੋ 5 × 5 × 5, 100 × 100 × 100 प्लस 3PR ਕਿੰਨਾ ਵਾ 5 × 5, 100 × 100। ਦੇਖੋ ਇਹ ਪੰਜਾਂ ਨੂੰ ਤਿੰਨਾਂ ਨੂੰ ਕੱਟ ਦੋ, ਇੱਥੇ ਆ ਗਿਆ 20, ਇੱਥੇ ਆ ਗਿਆ 20, ਇੱਥੇ ਆ ਗਿਆ 20, ਇੱਥੇ ਵੀ 5 ਮਿੰਟ ਕੱਟ ਦੋ, ਇੱਥੇ ਆ ਗਿਆ 20, ਇੱਥੇ ਆ ਗਿਆ 20। ਹੁਣ ਦੇਖੋ ਉੱਪਰ ਸਿਰਫ P ਰਹਿ ਗਿਆ, P ਅਪੋਨ 20 × 20 × 20, 2 2 4 4 2 8, ਇੱਥੇ ਆ ਗਿਆ 8000 ਪਲੱਸ ਇੱਥੇ ਆ ਗਿਆ 3P, ਇੱਥੇ ਆ ਗਿਆ 400। ਹੁਣ ਕੀ ਆ, ਮੈਂ ਇਹਦਾ LCM ਲਊਂਗਾ। LCM ਆ ਗਿਆ ਮੇਰੇ ਕੋ 8000, ਕਿਉਂਕਿ ਇਹਨਾਂ ਦੋਨਾਂ 'ਚ ਦੇਖੋ 220 ਤਾਂ ਕਾਮਨ ਹੈ ਹੀ ਹੈ, ਠੀਕ ਹੈ। 8000 ਇੱਥੇ ਉੱਪਰ P ਆ ਗਿਆ। 400 ਨੂੰ ਕਿੰਨਾ ਮਲਟੀਪਲਾਈ ਕਰਾਂਗੇ 8 ਆ ਜਾਏ। ਦੇਖੋ 20 × 20 ਤਾਂ 400, 400 ਨੂੰ 20 ਨਾ ਕਰਾਂਗੇ ਤਾਂ 8000, ਇਹਦਾ ਮਤਲਬ 20 ਨਾ ਕਰਨਾ ਵਾ। 23 ਇੱਥੇ ਮੇਰੇ ਕੋਲ ਆ ਗਿਆ 60P। ਇੱਕ ਚੀਜ਼ ਆਪਾਂ ਜੋ ਲਿਖ ਨਹੀਂ ਰਹੇ ਹੈਗੇ ਉਹ ਹੈਗਾ ਡਿਫਰੈਂਸ, ਜੋ ਕਿ 122 ਰੁਪਏ ਦੇ ਬਰਾਬਰ ਹੈ। ਇੱਥੇ ਵੀ 122 ਦੇ ਬਰਾਬਰ ਹੈ, ਇੱਥੇ ਵੀ 122 ਦੇ ਬਰਾਬਰ ਹੈ, ਠੀਕ ਹੈ ਜੀ। ਹੁਣ ਦੇਖੋ 60P ਤੇ ਇਕੱਲਾ 60P ਤੇ ਸਿੰਗਲ P ਨਾਲ ਐਡ ਕੀਤਾ 61P ਆ ਗਿਆ ਮੇਰੇ ਕੋਲ। ਥੱਲੇ ਆ ਗਿਆ ਤੁਹਾਡੇ ਕੋਲ 8000, ਜੋ ਕਿ ਕਿਹਦੇ ਬਰਾਬਰ ਹੈ 122 ਦੇ। ਦੇਖੋ ਕਟਿੰਗ ਹੁਣ ਅਗਰ ਰਾਉਂਡ ਫਿਗਰ 'ਚ ਆਂਸਰ ਹੈ, ਕਟਿੰਗ ਹਮੇਸ਼ਾ ਹੋਣੀ ਆ। 61 2 ਜਾਂ 122 ਹੁੰਦਾ ਵਾ। 8 2 ਨਾ ਕਰ ਦੋ, ਕਿੰਨਾ ਆ ਗਿਆ ਮੇਰੇ ਕੋਲ ਪ੍ਰਿੰਸੀਪਲ, ਕਿੰਨਾ ਆਊਗਾ ਮੇਰੇ ਕੋਲ 16000 ਆਂਸਰ ਆ ਜਾਣਾ, C ਆਪਸ਼ਨ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। If the side of the equilateral triangle decreases by 20%, its area is decreased by। ਦੇਖੋ ਇਹ 'ਚ ਬਹੁਤ ਜ਼ਿਆਦਾ ਕੋਈ ਫਾਰਮੂਲਾ ਲਗਾਉਣ ਦੀ ਵੀ ਲੋੜ ਨਹੀਂ ਹੈਗੀ, ਸਿੰਪਲ ਤੁਹਾਨੂੰ ਦੱਸਦਾ ਤੁਹਾਨੂੰ ਮੈਂ। ਅਗਰ ਸਾਈਡ ਦੀ ਗੱਲ ਹੋ ਰਹੀ ਹੈ, ਸਾਈਡ ਅਗਰ ਮੈਂ ਮੀਟਰ ਦੀ ਗੱਲ ਕਰਾਂ, ਸੈਂਟੀਮੀਟਰ ਦੀ ਗੱਲ ਕਰਾਂ, ਯੂਨਿਟ ਕੋਈ ਵੀ ਹੋਵੇ, ਮੰਨ ਲਓ ਇਹ ਸਿੰਗਲ ਯੂਨਿਟ ਆ, ਏਰੀਆ ਦੇ ਵਿੱਚ ਕੀ ਹੁੰਦਾ ਵਾ ਮੀਟਰ ਸਕੁਅਰ। ਕਿਊਬ ਦੀ ਗੱਲ ਕਰਾਂਗੇ, ਕਿਸੇ ਚੀਜ਼ ਦੀ ਵੋਲਿਊਮ ਦੀ ਗੱਲ ਕਰਾਂਗੇ, ਉਹ 'ਚ 3 ਆ ਜਾਊਗਾ। ਇਹਦਾ ਮਤਲਬ ਕੀ ਹੈ ਕਿ ਇੱਕ ਸਾਈਡ ਦੀ ਗੱਲ ਕਰ ਰਿਹਾ ਵਾ, 20% ਗਿਰ ਰਿਹਾ ਵਾ, ਅਗਰ ਏਰੀਆ ਕੱਢਣਾ ਵਾ ਤਾਂ ਕਿੱਦਾਂ ਹੋਊਗਾ, ਇਹਦੇ ਵਿੱਚ A + B ਸਕਸੈਸਿਵ ਪਰਸੈਂਟੇਜ ਡਿਕਰੀਜ਼ ਹੋ ਰਹੀ ਹੈ। ਇਹਦੇ ਵਿੱਚ ਕਿੰਨੀ ਹੋ ਰਹੀ ਹੈ ਸਕਸੈਸਿਵ ਪਰਸੈਂਟ ਡਿਕਰੀਜ਼। ਜਿੱਦਾਂ ਕਿ ਤੈਨੂੰ ਮੈਂ 2-3 ਮੈਥਡ ਨਾਲ ਸਮਝਾ ਦੇਣਾ। ਅਗਰ ਮੰਨ ਲਓ ਪਹਿਲਾਂ ਕੋਈ ਚੀਜ਼ 100% ਹੈ, ਉਹਦਾ 20% ਅਗਰ ਮੈਂ ਲੈਸ ਕਰਨਾ ਵਾ, ਇਹਦਾ 20% ਕਿੰਨਾ ਹੋਊਗਾ 20, ਇਹਨੂੰ ਮੈਂ 20 ਲੈਸ ਕੀਤਾ, ਮੇਰੇ ਕੋਲ ਕਿੰਨਾ ਆ ਗਿਆ 80। ਸਕਸੈਸਿਵ ਪਰਸੈਂਟੇਜ ਡਿਕਰੀਜ਼ ਹੈ, 2 ਵਾਰ 20% ਨੂੰ ਡਿਕਰੀਜ਼ ਕਰਨਾ, ਕਿਉਂਕਿ ਜੇ ਪਾਵਰ 2 ਦੀ ਆ। ਇੱਕ ਵਾਰ ਹੋਰ ਘਟਾਓ 20%। ਹੁਣ ਜੋ ਨੰਬਰ ਆ ਗਿਆ ਸਕਸੈਸਿਵ ਦਾ ਮਤਲਬ ਹੁੰਦਾ ਜੋ ਨੰਬਰ ਆ ਜਾਂਦਾ ਵਾ ਉਹਦਾ 20%। ਇਹਦਾ 10% ਕਿੰਨਾ ਹੋਇਆ 8 ਤੇ 20% ਹੋ ਗਿਆ 16। ਇਹ ਚੋਂ 16 ਮਾਈਨਸ ਕਰਤੇ, ਮੇਰੇ ਕੋਲ ਕਿੰਨੇ ਆ ਗਏ 66। ਮੇਰੇ ਕੋਲ ਕਿੰਨੇ ਆ ਗਏ 64। ਮੇਰੇ ਕੋਲ ਕਿੰਨੇ ਆ ਗਏ 64।
ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, 100 ਤੋਂ ਚੀਜ਼ ਘਟ ਕੇ 64 ਤੇ ਆ ਗਈ, 100 ਤੋਂ ਚੀਜ਼ ਘਟ ਕੇ 64 ਤੇ ਆ ਗਈ, 100 ਤੋਂ ਕਿੰਨੀ ਘਟ ਹੈ, 100 ਤੋਂ ਘਟ ਹੈਗੀ ਹੈ 36, ਇਹਦਾ ਮਤਲਬ 36% ਰਿਡਿਊਸ ਹੋ ਗਿਆ, ਇਹਦਾ ਮਤਲਬ 36% ਰਿਡਿਊਸ ਹੋ ਗਿਆ। a ਪਲਸ b ਪਲਸ ab ਅਪੋਨ 100 ਸਕਸੈਸਿਵ ਪਰਸੈਂਟੇਜ ਚੇਂਜ ਦਾ ਫਾਰਮੂਲਾ ਵਾ, ਆਪਾਂ ਡਿਕਰੀਜ਼ ਨਹੀਂ ਲਗਾਵਾਂਗੇ, ਜਿਹਦਾ ਡਿਸਕਾਊਂਟ ਹੁੰਦਾ ਵਾ। ਪਹਿਲਾਂ ਕਿੰਨਾ ਰਹਿ ਗਿਆ 20%, -20% ਪਲੱਸ, ਦੇਖੋ ਹੁਣ ਏ ਬੀ ਨੂੰ ਮਲਟੀਪਲਾਈ ਕੀਤਾ ਹੋਇਆ, ਮਾਈਨਸ ਮਾਈਨਸ ਹੁੰਦਾ ਪਲੱਸ, 20 into 20 ਕਿੰਨਾ ਹੁੰਦਾ ਵਾ 400 ਬਾਈ 100, -20 -20 is -40 ਪਲੱਸ 4, -40 ਪਲੱਸ 4 ਹੁੰਦਾ ਵਾ -36, ਮਾਈਨਸ ਸਾਈਨ ਡੋਨੇਟ ਕਰਦਾ ਵਾ ਕਿ ਇਹ ਡਿਕਰੀਜ਼ ਹੋ ਰਿਹਾ ਵਾ, ਠੀਕ ਹੈ, ਮਾਈਨਸ ਸਾਈਨ ਡੋਨੇਟ ਕੀ ਕਰਦਾ, ਡਿਕਰੀਜ਼ ਹੋ ਰਿਹਾ ਵਾ 36%, ਇੱਥੇ ਮੇਰੇ ਕੋਲ ਐਗਜ਼ੈਕਟਲੀ 36% ਆਊਗਾ, ਠੀਕ ਹੈ ਜੀ, 36 ਆਂਸਰ ਆ ਗਿਆ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। A circular grassy plot of land 42 ਮੀਟਰ in diameter, ਦੇਖੋ ਆਹ ਪਲਾਟ ਆ ਗਰਾਸੀ, ਠੀਕ ਹੈ, ਇਹ ਹੈਗਾ 42 ਮੀਟਰ in diameter, ਇੱਥੋਂ ਦੀ ਅਗਰ ਮੈਂ ਦੇਖਾਂ ਡਾਇਆਮੀਟਰ ਹੁੰਦਾ ਵਾ, ਇਹ ਹੈਗਾ ਵਾ 40, ਇਹ ਪੂਰਾ ਕੰਪਲੀਟ ਹੈਗਾ ਵਾ 42, ਅਗਰ ਮੈਂ ਰੇਡੀਅਸ ਦੀ ਗੱਲ ਕਰਾਂ ਤੇ 21। ਕਹਿੰਦਾ ਇਹਦੇ ਆਊਟਸਾਈਡ ਇੱਕ ਪਾਥ ਆ ਜਿਹੜਾ ਕਿ 3.5 ਮੀਟਰ ਵਾਈਡ ਹੈ, ਅਗਰ ਰੈੱਡ ਪੋਰਸ਼ਨ ਦੀ ਗੱਲ ਕਰਾਂ ਨਾ ਮੈਂ, ਇਹ 3.5 ਮੀਟਰ ਵਾਈਡ ਹੈ। ਹੁਣ ਅਗਰ ਵੱਡੇ ਸਰਕਲ ਦੇ ਰੇਡੀਅਸ ਦੀ ਮੈਂ ਗੱਲ ਕਰਾਂ, ਜੋ ਕਿ ਜਿਹਨੂੰ ਮੈਂ ਡੋਨੇਟ ਕਰੂੰਗਾ ਕੈਪੀਟਲ ਆਰ ਨਾਲ, ਉਹ ਕਿੰਨਾ ਹੋ ਗਿਆ 21 ਪਲੱਸ 3 24, 24.5, ਤੇ ਸਮਾਲ ਆਰ ਦੀ ਵੈਲਿਊ, ਸਮਾਲ ਆਰ ਮੈਂ ਇਹਨੂੰ ਗਿਣੂੰਗਾ, ਸਮਾਲ ਆਰ ਕਿੰਨਾ ਹੋ ਗਿਆ, ਵੱਡਾ ਸਮਾਲ ਆਰ ਕਿੰਨਾ ਹੋ ਗਿਆ 21। ਉਹ ਕਹਿ ਰਿਹਾ ਕਿ ਜਿਹੜਾ ਬਾਹਰ ਵਾਲਾ ਪਾਥ ਹੈ ਨਾ, ਇੱਥੇ ਇਹਨਾਂ ਨੇ ਗ੍ਰੇਵਲਿੰਗ ਕਰਨੀ ਹੈ 4 ਰੁਪਏ ਪਰ ਸਕੁਅਰ ਮੀਟਰ ਦੇ ਹਿਸਾਬ ਨਾਲ, ਤੇ ਦੱਸੋ ਕਹਿੰਦਾ ਕਿੰਨੇ ਪੈਸੇ ਲੱਗੂਗੇ। ਮੈਂ ਕੀ ਕਰੂੰਗਾ, ਜਿਹੜਾ ਵੱਡੇ ਵਾਲਾ ਸਰਕਲ ਹੈ ਇਹਦੇ ਏਰੀਏ ਦੇ ਵਿੱਚੋਂ ਛੋਟੇ ਵਾਲੇ ਸਰਕਲ ਦਾ ਏਰੀਆ ਕੱਢ ਦੂੰਗਾ, ਮੇਰੇ ਕੋਲ ਇਹ ਪੱਟੀ ਦਾ ਏਰੀਆ ਆ ਗਿਆ, ਇਸ ਏਰੀਆ ਨੂੰ ਮੈਂ 4 ਨਾਲ ਮਲਟੀਪਲਾਈ ਕਰ ਦੂੰਗਾ, ਮੇਰਾ ਆਨਸਰ ਆ ਜਾਊਗਾ, ਠੀਕ ਹੈ ਜੀ, ਕਿਉਂਕਿ ਸਾਰੇ ਮੀਟਰਸ ਦੇ ਵਿੱਚ ਦਿੱਤੇ ਹੋਏ ਆ, ਪੈਸੇ ਵੀ ਸਕੁਅਰ ਮੀਟਰ ਦੇ ਹਿਸਾਬ ਨਾਲ ਆ, ਕੋਈ ਵੀ ਯੂਨਿਟ ਕੁਝ ਚੇਂਜ ਕਰਨ ਦੀ ਜ਼ਰੂਰਤ ਨਹੀਂ। ਮੈਂ ਬਸ ਕੀ ਕਰਨਾ ਵਾ, ਸਰਕਲ ਦੇ ਏਰੀਆ ਦਾ ਫਾਰਮੂਲਾ ਕੀ ਹੁੰਦਾ, ਪਾਈ ਆਰ ਸਕੁਅਰ, ਮੈਂ ਕੈਪੀਟਲ ਆਰ ਦੇ ਵਿੱਚੋਂ ਸਮਾਲ ਆਰ ਮਾਈਨਸ ਕਰ ਦੂੰਗਾ, ਮੇਰੇ ਕੋਲ ਆ ਜਾਊਗਾ ਏਰੀਆ, ਇਹਨੂੰ ਮੈਂ 4 ਨਾਲ ਮਲਟੀਪਲਾਈ ਕਰ ਦੂੰਗਾ, ਠੀਕ ਹੈ ਜੀ। ਹੁਣ ਦੇਖੋ ਪਾਈ ਦੀ ਵੈਲਿਊ ਕਿੰਨੀ ਹੁੰਦੀ ਹੈ 22/7, ਠੀਕ ਹੈ। ਹੁਣ ਦੇਖੋ ਇਹ ਹੋ ਗਿਆ a ਸਕੁਅਰ ਮਾਈਨਸ b ਸਕੁਅਰ, a ਸਕੁਅਰ ਮਾਈਨਸ b ਸਕੁਅਰ ਨੂੰ ਮੈਂ ਕੀ ਲਿਖ ਸਕਦਾ ਵਾਂ, a ਪਲੱਸ b ਇੰਟੂ a ਮਾਈਨਸ b, ਇੱਦਾਂ ਵੀ ਲਿਖ ਸਕਦਾ ਵਾਂ, ਠੀਕ ਹੈ। ਹੁਣ a ਪਲੱਸ b ਕੀ ਹੁੰਦਾ ਵਾ, a ਪਲੱਸ b ਮੀਨਸ r ਪਲੱਸ r, r ਪਲੱਸ r, ਇਹਨਾਂ ਦੋਨੋਂ ਨੂੰ ਅਗਰ ਮੈਂ ਪਲੱਸ ਕਰਾਂ ਤਾਂ ਕਿੰਨਾ ਆਊਗਾ ਮੇਰੇ ਕੋ 45.5, 45.5 a ਪਲੱਸ b ਇੰਟੂ a ਮਾਈਨਸ b, 24 ਚੋਂ 21 ਕੱਢੇ 3, ਇੱਥੇ ਆ ਗਿਆ ਮੇਰੇ ਕੋਲ 3.5, ਠੀਕ ਹੈ। ਆਹ ਚੀਜ਼ ਆ ਗਈ ਮੇਰੇ ਕੋਲ ਏਰੀਆ, ਠੀਕ ਹੈ। ਮੈਂ ਬਾਰ-ਬਾਰ ਨਹੀਂ ਸੋਲਵ ਕਰੂੰਗਾ, ਕਹਿੰਦਾ ਮਤਲਬ ਮੈਂ ਇੱਥੇ ਸੋਲਵ ਕਰਕੇ ਫਿਰ 4 ਨਾਲ ਮਲਟੀਪਲਾਈ ਨਹੀਂ ਕਰੂੰਗਾ, ਹੁਣ ਮੇਰੇ ਕੋਲ ਏਰੀਆ ਇਹਦਾ ਆ ਜਾਣਾ, ਮੈਂ ਸਿੱਧੇ 4 ਨਾਲ ਮਲਟੀਪਲਾਈ ਕਰੂੰਗਾ। ਦੇਖੋ 22/7 ਇੱਥੋਂ ਪਿਕ ਕੀਤਾ, ਇੰਟੂ 455/10 ਇੰਟੂ 35/10, ਠੀਕ ਹੈ। ਇਹਨੂੰ ਹੁਣ ਇਹ ਏਰੀਆ ਆ ਗਿਆ 4 ਰੁਪਏ ਸਕੁਅਰ ਫਿਟ ਦੇ ਹਿਸਾਬ ਨਾਲ ਕੀ ਆ, ਮੈਂ ਪੈਸੇ ਦੇਣੇ ਆ ਉਹਨੂੰ, ਮੈਂ ਮਲਟੀਪਲਾਈ ਕਰਦਾ। ਹੁਣ ਜੋ ਮੇਰੇ ਕੋਲ ਆਨਸਰ ਆਊਗਾ ਉਹ ਮੇਰੇ ਖਰਚਾ ਜੋ ਉਹਨੇ ਕੁਐਸਚਨ 'ਚ ਪੁੱਛਿਆ ਹੋਇਆ ਵਾ, ਠੀਕ ਹੈ ਜੀ। ਦੇਖੋ 7 ਨੂੰ ਕਰੋ, 7 6 ਦਾ 42, ਪਿਛਲੇ ਗਿਆ 7 5 35, ਇੱਥੇ ਆ ਗਿਆ 65, ਠੀਕ ਹੈ ਜੀ। 2 ਦਾ 7 ਦਾ ਆ 2 ਇੱਥੇ ਕੱਟेंगे, ਇੱਥੇ ਆ ਗਿਆ 5, ਇੱਥੇ ਆ ਜਾਣਾ ਮੇਰੇ ਕੋਲ 30, ਠੀਕ ਹੈ ਜੀ, ਠੀਕ ਹੈ। ਹੁਣ ਦੇਖੋ ਹੋਰ ਤਾਂ ਕੁਝ ਨਹੀਂ ਆ ਰਿਹਾ, ਨਹੀਂ, ਓਕੇ। 7 1 ਦਾ 7 70 ਤੇ 21 ਕਿੰਨਾ ਹੁੰਦਾ ਵਾ 91, ਸੋ 91 ਨੂੰ ਮੈਂ ਮਲਟੀਪਲਾਈ ਕਰਨਾ ਵਾ 22 ਦੇ ਨਾਲ, ਠੀਕ ਹੈ। 91 91 1 0 1 1 0 1 0 1 0 0 1 ਜਿਹੜਾ ਵਾ ਉਹ ਮੇਰਾ ਆਨਸਰ ਹੈ, ठीक है जी। 1001 जो है मेरा आंसर है। एक बार दोबारा चेक कर लिए, 22/7 45/10 35/10 इंटू 4 पर स्क्वायर फीट ना करता मल्टीप्लाई 7 5 35 बता दी, ठीक है। 1002 ही आ रहा वा, ठीक है जी। चलो नेक्स्ट क्वेश्चन देखते हैं।
ਰੈਕਟੈਂਗੂਲਰ ਵਾਟਰ ਟੈਂਕ ਇਜ਼, ਦੇਖੋ ਰੈਕਟੈਂਗਲ ਦੀ ਗੱਲ ਹੋ ਰਹੀ ਹੈ, ਠੀਕ ਹੈ। ਰੈਕਟੈਂਗਲ ਮਤਲਬ ਹੁੰਦਾ ਆ ਚੀਜ਼ ਜਿਹਦੀ ਲੈਂਥ ਵੱਡੀ ਬ੍ਰੈਡ ਛੋਟੀ। A rectangular water tank is open at the top. The capacity is 24 meter cube if the length and breadth is 4 meter, 3 meter respectively. Ignoring the thickness of the material used for building the tank, the total cost of painting the inner outer surface of tank at 10 rupees ਕਿੰਨਾ ਵਾ। ਦੇਖੋ ਉਹ ਕਹਿ ਰਿਹਾ ਕਿ ਇੱਕ ਟੈਂਕ ਹੈਗਾ ਸਾਡੇ ਕੋਲ ਜਿਹਦੀ ਕਿ ਛੱਤ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਨਹੀਂ ਹੈਗੀ, ਟੌਪ ਨਹੀਂ ਹੈਗਾ ਉਹਦਾ, ਉਹਦਾ ਬਾਟਮ ਹੈਗਾ ਵਾ। ਹੁਣ ਇਸ ਟੈਂਕ ਨੂੰ ਅੰਦਰੋਂ ਬਾਹਰੋਂ ਦੋਨਾਂ ਪਾਸੋਂ ਪੇਂਟ ਕਰਨਾ ਵਾ। ਲੈਂਥ ਬ੍ਰੈਡਥ ਦਿੱਤੀ ਹੋਈ ਹੈ, ਵੋਲਿਊਮ ਦਿੱਤੀ ਹੋਈ ਹੈ, ਤਾਂ ਮੈਂ ਹਾਈਟ ਵੀ ਕੱਢ ਲੂੰਗਾ। 10 ਰੁਪਏ ਪਰ ਮੀਟਰ ਸਕੁਅਰ ਹਿਸਾਬ ਨਾਲ ਮੈਂ ਉਹਨੂੰ ਪੇਂਟ ਕਰਨਾ ਵਾ। ਹੁਣ ਗੱਲ ਹੈ ਕਿ ਏਰੀਆ ਲੈਣਾ ਕਿੰਨਾ ਵਾ। ਦੇਖੋ ਅਗਰ ਮੈਂ ਰੂਮ ਦੀ ਗੱਲ ਕਰਾਂ, ਜੇ ਤੁਹਾਡੇ ਕੋਲ ਕੋਈ ਰੈਕਟੈਂਗਲ ਰੂਮ ਹੈਗਾ ਵਾ, ਠੀਕ ਹੈ, ਅਗਰ ਮੈਂ ਰੈਕਟੈਂਗਲ ਰੂਮ ਦੀ ਗੱਲ ਕਰਾਂ ਜਿਹਦੀ ਛੱਤ ਨਾ ਹੋਵੇ, ਠੀਕ ਹੈ, ਉਹ ਚੀਜ਼ ਆ ਟੈਂਕ। ਹੁਣ ਇਹਦੇ ਵਿੱਚ ਕੀ ਹੈਗੀਆਂ, ਮੇਰੇ ਕੋਲ 4 ਵਾਲਸ ਹੈਗੀਆਂ ਵਾ। ਅਗਰ ਤਾਂ ਸਕੁਐਰੀਕਲ ਹੁੰਦਾ ਤੇ ਚਾਰੋਂ ਵਾਲਸ ਦਾ ਏਰੀਆ ਸੇਮ ਆਣਾ ਸੀ, ਕਿਉਂਕਿ ਇਹ ਰੈਕਟੈਂਗੂਲਰ ਆ, ਆਪੋਜ਼ਿਟ ਵਾਲਸ ਦਾ ਏਰੀਆ ਸੇਮ ਹੋਊਗਾ, ਠੀਕ ਹੈ। ਪਲੱਸ ਮੈਂ ਕੀ ਕਰੂੰਗਾ, ਫਲੋਰ ਦਾ ਏਰੀਆ ਲਾਊਂਗਾ 2 ਵਾਰ, ਵਾਲਸ ਦਾ ਵੀ 2 ਵਾਰ। ਦੇਖੋ 4 ਵਾਲਸ ਅੰਦਰ ਨੂੰ, 4 ਬਾਹਰੋਂ ਵੀ ਪੇਂਟ ਕਰਨੀਆਂ ਵਾ, ਠੀਕ ਹੈ, ਅੰਦਰੋਂ ਬਾਹਰੋਂ ਦੋਨੋਂ ਜਗ੍ਹਾ ਪੇਂਟ ਕਰਨੀਆਂ ਵਾ। 4 ਵਾਲਸ ਲਾਊਂਗਾ, ਉਹਨੂੰ 2 ਨਾਲ ਮਲਟੀਪਲਾਈ ਕਰੂੰਗਾ ਅੰਦਰੋਂ ਬਾਹਰੋਂ। ਸਿਮਿਲਰਲੀ ਫਲੋਰ ਦਾ ਏਰੀਆ, ਇਹਨੂੰ ਅੰਦਰੋਂ ਬਾਹਰੋਂ ਦੋਨੋਂ ਪਾਸੋਂ ਪੇਂਟ ਕਰਨਾ ਵਾ, ਠੀਕ ਹੈ ਜੀ। ਛੱਤ ਨਹੀਂ ਹੈਗੀ ਇਹਦੀ। ਚਲੋ ਹੁਣ ਏਰੀਆ ਆਫ 4 ਵਾਲਸ ਦੀ ਗੱਲ ਕਰੀਏ ਅਗਰ ਆਪਾਂ, ਤੇ ਇੱਕ ਵਾਲ ਇਦਾਂ ਦੀ ਹੁੰਦੀ ਜਿਹੜੀ ਲੰਬਾਈ 'ਚ ਹੁੰਦੀ ਹੈ ਹਾਈਟ ਦੇ ਨਾਲ, ਇੱਕ ਹੁੰਦੀ ਹੈ ਚੌੜਾਈ ਦੇ ਵਿੱਚ ਹਾਈਟ ਦੇ ਨਾਲ, ਠੀਕ ਹੈ। ਇੱਕ ਹੋ ਗਈ ਲੈਂਥ ਦੇ ਨਾਲ ਹਾਈਟ, ਇੱਕ ਹੋ ਗਈ ਬ੍ਰੈਡਥ ਦੇ ਨਾਲ ਹਾਈਟ। ਇਹ ਇੱਕ ਵਾਲ ਦਾ ਏਰੀਆ, ਦੂਜੇ ਵਾਲ ਦਾ ਏਰੀਆ। ਇਦਾਂ ਦੀਆਂ 2-2 ਵਾਲਸ ਹੁੰਦੀਆਂ ਵਾ, ਇਸ ਲਈ ਮੈਂ ਕੀ ਕੀਤਾ, 2 ਲਿਖਤਾ। 2-2 ਵਾਲਸ ਹੁੰਦੀਆਂ, ਇਹ ਅੰਦਰੋਂ ਪੇਂਟ ਹੋਇਆ। ਅਗਰ ਮੈਂ ਬਾਹਰੋਂ ਵੀ ਪੇਂਟ ਕਰਨਾ ਵਾ ਤਾਂ ਫਿਰ 2 ਨਾਲ ਮਲਟੀਪਲਾਈ ਕਰੂੰਗਾ। ਅਗਰ ਮੈਂ ਬਾਹਰੋਂ ਵੀ ਪੇਂਟ ਕਰਨਾ ਵਾ ਤਾਂ ਇੱਕ ਹੋਰ 2 ਨਾਲ ਮਲਟੀਪਲਾਈ ਕਰੂੰਗਾ। ਪਲੱਸ ਫਲੋਰ ਦਾ ਏਰੀਆ, ਲੈਂਥ ਤੇ ਬ੍ਰੈਡਥ ਹੁੰਦਾ ਵਾ, ਲੈਂਥ ਇਨਟੂ ਬ੍ਰੈਡਥ। ਇਹ ਫਲੋਰ ਦਾ ਏਰੀਆ ਆ ਗਿਆ ਮੇਰੇ ਕੋਲ ਜੋ ਪੇਂਟ ਕਰਨਾ। ਹੁਣ ਇਹ ਬਾਹਰੋਂ ਵਾਲੇ ਪਾਸੋਂ ਵੀ ਕਰਨੀ ਹੈ, ਇਹਦਾ ਮਤਲਬ ਇਦਾਂ ਦੇ ਵੀ 2 ਚਾਹੀਦੇ, ਠੀਕ ਹੈ ਜੀ। ਹੁਣ ਇਹਨਾਂ ਦੇ ਵਿੱਚ ਮੈਂ ਲੈਂਥ ਬ੍ਰੈਡਥ ਹਾਈਟ ਪੁੱਟ ਕਰੂੰਗਾ ਤੇ ਮੈਂ 10 ਨਾਲ ਮਲਟੀਪਲਾਈ ਕਰਕੇ ਆਨਸਰ ਕੱਢੂੰਗਾ। ਇੱਕ ਚੀਜ਼ ਹੋਰ ਦੇਖੋ, ਲੈਂਥ ਦਿੱਤੀ ਹੋਈ ਹੈ, ਬ੍ਰੈਡਥ ਦਿੱਤੀ ਹੋਈ ਹੈ ਤੇ ਵੋਲਿਊਮ ਦਿੱਤੀ ਹੋਈ ਹੈ। ਹਾਈਟ ਕੱਢਣ ਦਾ ਤਰੀਕਾ ਕੀ ਹੁੰਦਾ ਵਾ, ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ ਜਿਹੜਾ ਹੁੰਦਾ ਵਾ ਉਹ ਤੁਹਾਡੇ ਵੋਲਿਊਮ ਦੇ ਬਰਾਬਰ ਹੈ। ਲੈਂਥ ਮੇਰੇ ਕੋਲ ਆ ਗਿਆ 4 ਇਨਟੂ 3 ਇਨਟੂ ਹਾਈਟ ਇਜ਼ ਇਕੁਅਲ ਟੂ 24, ਠੀਕ ਹੈ ਜੀ, 24। ਹੁਣ ਦੇਖੋ 4 3 ਆ 12 ਹੈ, 12h ਇਜ਼ ਇਕੁਅਲ ਟੂ 24। ਇਹਨੂੰ ਅਗਰ ਮੈਂ ਕੈਂਸਲ ਕਰਾਂ ਤੇ ਹਾਈਟ ਮੇਰੇ ਕੋਲ 2 ਮੀਟਰ ਆਉਂਦੀ ਹੈ, ਠੀਕ ਹੈ। ਲੈਂਥ ਮੇਰੇ ਕੋਲ ਕਿੰਨੀ ਹੈਗੀ ਆ, 4। ਹਾਈਟ ਕਿੰਨੀ ਹੈਗੀ ਆ, 2, ਠੀਕ ਹੈ। ਹਾਈਟ ਮੈਂ ਹੁਣੇ ਕੱਢੀ 2, ਪਲੱਸ ਬ੍ਰੈਡਥ ਕਿੰਨੀ ਹੈ 3, ਹਾਈਟ ਕਿੰਨੀ ਹੈ 2। 2 ਇੰਟੂ 2 4, ਪਲੱਸ ਲੈਂਥ ਕਿੰਨੀ ਹੈ 4, ਬ੍ਰੈਡਥ ਕਿੰਨੀ ਹੈ 3, 4 ਇੰਟੂ 3, ਇਹਨੂੰ ਮੈਂ ਕਰਨਾ ਵਾ 2 ਦੇ ਨਾਲ ਮਲਟੀਪਲਾਈ। ਹੁਣ ਦੇਖੋ 4 2 ਆ 8 ਪਲੱਸ 6, ਇੱਥੇ ਆ ਗਿਆ ਮੇਰੇ ਕੋਲ 4 ਪਲੱਸ 4 3 ਆ 12, 12 ਇੰਟੂ 2 ਇਜ਼ 24। 8 6 14, 14 ਇੰਟੂ 4 ਕਿੰਨਾ ਹੁੰਦਾ ਵਾ, 14 28, 28 ਦਾ ਹੋ ਗਿਆ 56, 56 ਪਲੱਸ 24 ਕਿੰਨਾ ਆ ਗਿਆ ਮੇਰੇ ਕੋ, ਆ ਮੇਰੇ ਕੋ ਆ ਗਿਆ 80। 80 ਮੀਟਰ ਸਕੁਅਰ ਮੇਰੇ ਕੋ ਏਰੀਆ ਆ ਗਿਆ। 80 ਮੀਟਰ ਸਕੁਅਰ ਏਰੀਆ ਵਾ, 10 ਰੁਪਏ ਮੀਟਰ ਸਕੁਅਰ ਦੇ ਹਿਸਾਬ ਨਾਲ ਮੈਂ ਇਹਨੂੰ ਪੇਂਟ ਕਰਨਾ ਵਾ। ਕਿੰਨੇ ਪੈਸੇ ਲੱਗੂਗੇ ਮੇਰੇ, 800 ਰੁਪਏ ਲੱਗੂਗਾ, ਠੀਕ ਹੈ ਜੀ। 800 ਮੇਰਾ ਸਹੀ ਆਂਸਰ, ਠੀਕ ਹੈ ਜੀ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਆ ਵੀ ਇੰਪੋਰਟੈਂਟ ਕੁਐਸਚਨ ਹੈ, ਸ਼ਾਵਰ ਦੇ ਉੱਤੇ ਆਇਆ। ਕਹਿੰਦਾ ਇੱਕ ਸ਼ਾਵਰ ਆ ਜਿਹੜਾ ਕਿ 5 ਸੈਂਟੀਮੀਟਰ ਆਫ ਰੇਨਫਾਲ ਹੋ ਰਹੀ ਹੈ ਸ਼ਾਵਰ ਤੋਂ, ਠੀਕ ਹੈ। ਕਹਿੰਦਾ ਦੱਸੋ ਕਿੰਨਾ ਵੋਲਿਊਮ ਆਫ ਵਾਟਰ ਆਊਗਾ ਅਗਰ 1.5 ਹੈਕਟਰ ਆਫ ਗਰਾਊਂਡ ਤੇ ਪਾਣੀ ਪਿਆ ਹੋਵੇ। ਦੇਖੋ ਜਦੋਂ ਵੀ ਰੇਨਫਾਲ ਦੀ ਗੱਲ ਹੁੰਦੀ ਹੈ ਨਾ, ਉਹ ਸੈਂਟੀਮੀਟਰ ਦਿੰਦੇ, ਉਹ ਕਹਿੰਦੇ 100 ਸੈਂਟੀਮੀਟਰ ਰੇਨਫਾਲ ਹੋ ਗਈ, ਕੋਈ ਕਹਿੰਦਾ 200, ਜਿੱਥੇ ਜ਼ਿਆਦਾ ਹੋ ਰਹੀ ਹੈ 300 350 400 ਸੈਂਟੀਮੀਟਰ ਰੇਨਫਾਲ ਹੋ ਰਹੀ ਹੈ, ਠੀਕ ਹੈ। ਇਹਦਾ ਮਤਲਬ ਕੀ ਹੁੰਦਾ, ਉਹਨੇ ਸੇਮ ਚੀਜ਼ ਕਹਿਤੀ, ਕਹਿੰਦਾ ਸ਼ਾਵਰ ਦੇ ਵਿੱਚੋਂ ਰੇਨਫਾਲ ਹੋ ਰਹੀ ਹੈ 5 ਸੈਂਟੀਮੀਟਰ ਦੀ, ਦੱਸੋ 1.5 ਹੈਕਟਰ ਤੇ ਕਿੰਨਾ ਪਾਣੀ, ਵੋਲਿਊਮ ਪਾਣੀ ਦੀ ਕਿੰਨੀ ਹੋਊਗੀ, ਠੀਕ ਹੈ। ਦੇਖੋ ਮੈਂਸੂਰੇਸ਼ਨ ਦੀ ਇੱਕੋ ਇੱਕ ਚੀਜ਼ ਯਾਦ ਰੱਖਣੀ, ਅਗਰ ਕੁਐਸਚਨ ਸਮਝ ਨਾ ਆਵੇ ਨਾ, ਅਗਰ ਕੁਐਸਚਨ ਨਹੀਂ ਸਮਝ ਆ ਰਿਹਾ, ਮੰਨ ਲਓ ਰੇਨਫਾਲ ਦਾ ਕੁਐਸਚਨ ਆ ਗਿਆ, ਮੈਨੂੰ ਸਮਝ ਨਹੀਂ ਆ ਰਿਹਾ ਕੀ ਕਰਨਾ, ਤੁਸੀਂ ਇੱਕ ਗੱਲ ਚੈੱਕ ਕਰੋ, ਉਹ ਤੁਹਾਨੂੰ ਪੁੱਛ ਕੀ ਰਿਹਾ ਵਾ, ਵੋਲਿਊਮ। ਵੋਲਿਊਮ ਦਾ ਮਤਲਬ ਕੀ ਹੁੰਦਾ ਵਾ, ਜੇ ਅਗਰ ਮੈਂ ਮੀਟਰ ਦੀ ਗੱਲ ਕਰਾਂ ਤਾਂ ਮੇਰੇ ਕੋਲ ਕਿਊਬ ਦੇ ਵਿੱਚ ਪੁੱਛ ਰਿਹਾ ਵਾ, ਮੀਟਰ ਕਿਊਬ ਪੁੱਛ ਰਿਹਾ ਵਾ, ਠੀਕ ਹੈ। ਅਗਰ ਤੁਹਾਨੂੰ ਹੈਕਟਰਸ ਦੇ ਬਾਰੇ ਪਤਾ ਵਾ, ਇੱਕ ਹੈਕਟਰ ਦੇ ਵਿੱਚ ਦੇਖੋ ਹੈਕਟਰਸ ਹੁੰਦਾ ਵਾ ਏਰੀਆ, ਇਦਾਂ ਦੱਸ ਦੇਣਾ ਤੁਹਾਨੂੰ ਮੈਂ, ਹੈਕਟਰ ਹੁੰਦਾ ਏਰੀਆ, ਏਰੀਆ ਕੀ ਹੁੰਦਾ ਵਾ, ਮੀਟਰ ਸਕੁਅਰ। ਹੈਕਟਰ ਕੀ ਹੁੰਦਾ, ਮੀਟਰ ਸਕੁਅਰ। ਪੁੱਛ ਰਿਹਾ ਵਾ ਤੁਹਾਨੂੰ ਵੋਲਿਊਮ, ਮਤਲਬ ਹੈਕਟਰਸ ਜੋ ਚੀਜ਼ ਦਿੱਤੀ ਹੋਈ ਆ ਉਹ ਮੀਟਰ ਸਕੁਅਰ ਹੈ, ਉਹਦੇ ਚੋਂ ਮੈਂ ਇੱਕ ਸਿੰਗਲ, ਮਤਲਬ ਇਹ ਚ ਮੈਂ ਅਗਰ m ਨੂੰ ਮਲਟੀਪਲਾਈ ਕਰਦਾ ਤਾਂ ਮੇਰੇ ਕੋਲ ਕਿਊਬ ਹੋ ਜਾਊਗਾ, m ਸਕੁਅਰ ਇੰਟੂ m। ਸਿੰਗਲ ਵਾਲਾ ਕਿਹੜਾ ਵਾ,
ਮੀਟਰ ਹੋਵੇ ਸੈਂਟੀਮੀਟਰ ਹੋਵੇ ਉਹਦਾ ਕੋਈ ਫਰਕ ਨਹੀਂ, ਉਹ ਮੀਟਰ 'ਚ ਕਨਵਰਟ ਕਰ ਲਾਂਗੇ ਆਪਾਂ, ਠੀਕ ਹੈ। ਸਿੰਗਲ ਯੂਨਿਟ ਡਬਲ ਯੂਨਿਟ ਨੂੰ ਮਲਟੀਪਲਾਈ ਕੀਤਾ ਤੇ ਕਿਊਬ 'ਚ ਆ ਗਿਆ ਮੇਰੇ ਕੋਲ, ਠੀਕ ਹੈ। ਅਗਰ ਉਹਨੇ ਵੋਲਿਊਮ ਪੁੱਛਿਆ ਸੀ, ਦੋ ਹੀ ਚੀਜ਼ਾਂ ਦਿੱਤੀਆਂ ਹੋਈਆਂ ਤੁਹਾਨੂੰ, ਏਰੀਆ ਤੇ ਸਿੰਗਲ ਲੈਂਥ ਵਾਲੀ ਚੀਜ਼, ਦੋਨਾਂ ਨੂੰ ਮਲਟੀਪਲਾਈ ਕਰਾਂਗੇ ਸਾਡੇ ਕੋਲ ਆਨਸਰ ਆ ਜਾਊਗਾ, ਠੀਕ ਹੈ। ਹੁਣ ਇੱਕ ਚੀਜ਼ ਦੇਖਾਂਗੇ ਆਪਾਂ ਕਿ 1.5 ਹੈਕਟਰ ਦੇ ਵਿੱਚ ਐਕਚੁਅਲ 'ਚ ਮੀਟਰ ਸਕੁਏਅਰ ਦੇ ਵਿੱਚ ਏਰੀਆ ਹੁੰਦਾ ਕਿੰਨਾ ਵਾ। 1 ਹੈਕਟਰ ਦੇ ਵਿੱਚ ਹੁੰਦਾ ਵਾ 10,000 ਮੀਟਰ ਸਕੁਏਅਰ, ਤੇ 1.5 ਹੈਕਟਰ 'ਚ ਕਿੰਨਾ ਹੋ ਗਿਆ 15,000 ਮੀਟਰ ਸਕੁਏਅਰ। ਕਿਉਂਕਿ ਮੈਨੂੰ ਉਹਨੇ ਮੀਟਰ ਦੇ ਵਿੱਚ ਹੀ ਦੱਸਿਆ ਹੋਇਆ ਵਾ। ਮੈਂ ਕੀ ਕਰੂੰਗਾ, ਹੁਣ ਦੇਖੋ ਹੁਣ ਇਹ ਏਰੀਆ ਆ ਗਿਆ ਮੇਰੇ ਕੋਲ, ਕਿਸੇ ਵੀ ਏਰੀਆ ਦੇ ਵਿੱਚ ਸਿੰਗਲ ਯੂਨਿਟ ਵਾਲੇ ਨੂੰ ਅਗਰ ਮੈਂ ਮਲਟੀਪਲਾਈ ਕਰ ਦੇਵਾਂ, ਸਿੰਗਲ ਯੂਨਿਟ ਵਾਲੇ ਨੂੰ ਅਗਰ ਮਲਟੀਪਲਾਈ ਕਰਦਾ, ਮੇਰੇ ਕੋਲ ਕਿਊਬ ਦੇ ਵਿੱਚ ਆ ਜਾਊਗਾ, ਜੋ ਵੋਲਿਊਮ ਪੁੱਛੀ ਹੋਈ ਆ ਉਹਨੇ ਮੀਟਰ ਕਿਊਬ ਦੇ ਵਿੱਚ। ਏਰੀਆ ਕਿੰਨਾ ਵਾ 1500 ਮੀਟਰ ਸਕੁਏਅਰ। ਲੈਂਥ ਕਿੰਨੀ ਆ, ਸਿੰਗਲ ਆ ਵਾਲਾ ਚੱਕੂਗਾ ਮੈਂ 5, ਇਹ ਸੈਂਟੀਮੀਟਰ 'ਚ, ਇਹਨੂੰ ਮੈਂ ਮੀਟਰ 'ਚ ਕਨਵਰਟ ਕਰਤਾ, ਇਹ ਮੇਰੇ ਕੋਲ ਆ ਜਾਊਗੀ ਵੋਲਿਊਮ ਜੋ ਕਿ ਉਹਨੇ ਕੁਐਸਚਨ ਦੇ ਵਿੱਚ ਪੁੱਛੀ ਆ। ਇੱਥੇ 2 ਨਾਲ ਕੈਂਸਲ ਕਰ ਦਿਓ, 15 × 5 ਕਿੰਨਾ ਹੁੰਦਾ ਵਾ 75, ਪਿੱਛੇ ਆ ਗਿਆ 0 ਮੀਟਰ ਕਿਊਬ ਜੋ ਹੈ ਮੇਰਾ ਆਂਸਰ ਆ ਗਿਆ, ਠੀਕ ਹੈ ਜੀ। ਇੱਥੇ ਆ ਗਿਆ ਬੀ ਆਪਸ਼ਨ, ਪਹਿਲਾਂ ਹੀ ਬੋਲਡ ਹੈ, ਚਲੋ ਠੀਕ ਹੈ। ਨੈਕਸਟ ਕੁਐਸਚਨ ਦੇਖੋ, ਇਦਾਂ ਦੇ ਕੁਐਸਚਨ ਵੀ ਪਜ਼ਲ ਦੀ ਫਾਰਮ ਦੇ ਵਿੱਚ ਪੇਪਰ ਦੇ ਵਿੱਚ ਕਾਫੀ ਆਉਂਦੇ ਆ। ਉਹ ਕਹਿੰਦਾ ਇੱਕ ਗਾਰਡਨ ਆ ਜਿੱਥੇ ਕਿ 10 ਰੋਜ਼ ਆ ਤੇ 12 ਕਾਲਮਸ ਆ। 10 ਰੋਜ਼ ਬਣਾਈਆਂ ਵਾ ਮੈਂ, 12 ਜਿਹੜੇ ਹੈਗੇ ਆ ਕਾਲਮਸ ਆ। ਕਹਿੰਦਾ ਹਰ ਇੱਕ ਟਰੀ ਦੇ ਵਿੱਚ, ਹਰ ਇੱਕ 2 ਟਰੀਜ਼, ਇਹ 2 ਟਰੀਜ਼ ਆ, ਹਰ ਇੱਕ 2 ਟਰੀਜ਼ ਦੇ ਵਿੱਚ ਨਾ 2 ਮੀਟਰ ਦਾ ਫਰਕ ਆ, 2 ਮੀਟਰ ਦਾ ਫਰਕ ਆ, ਠੀਕ ਹੈ। ਇਹਦੇ ਵਿੱਚ ਨਾ ਇੱਕ ਚੀਜ਼ ਯਾਦ ਰੱਖਣੀ ਹੈ, ਕਦੀ ਵੀ ਆਪਾਂ ਇਦਾਂ ਨਹੀਂ ਕਰਨਾ ਕਿ ਅਗਰ 12 ਵਾ ਨਾ ਤੇ 2-2 ਮੀਟਰ ਦਾ ਫਰਕ ਹੈ, ਤਾਂ ਮੈਂ ਨਹੀਂ ਕਹੂੰਗਾ ਕਿ 24 ਮੀਟਰ ਦਾ ਡਿਸਟੈਂਸ ਹੈਗਾ। ਕਿਉਂਕਿ ਦੇਖੋ, ਅਗਰ ਮੈਂ ਪਹਿਲੇ ਸਿਰਫ 3 ਤੁਹਾਨੂੰ ਕਹਾਂ ਕਿ 3 ਟਰੀਜ਼ ਦੇ ਵਿੱਚ ਅਗਰ 2-2 ਦਾ ਡਿਫਰੈਂਸ ਆ, ਤੇ ਮੈਂ ਕਾਊਂਟ ਕੀ ਕਰੂੰਗਾ, ਇੱਕ ਆ ਕਾਊਂਟ ਕਰੂੰਗਾ ਤੇ ਇੱਕ ਆ ਕਾਊਂਟ ਕਰੂੰ, 2 ਮੀਟਰ ਆ 2 ਮੀਟਰ ਆ, ਤੇ 3 ਜਿਹੜੇ 3 ਟੇਬਲ ਹੈਗੇ ਆ, ਜਿਹੜੇ 3 ਟਰੀਜ਼ ਹੈਗੇ ਆ ਉਹਨਾਂ ਵਿੱਚ ਤਾਂ 4 ਮੀਟਰ ਹੀ ਆਇਆ, ਜਦਕਿ ਅਗਰ ਮੈਂ ਕਹਾਂ 3 × 2 6 ਆਉਣਾ ਚਾਹੀਦਾ। ਇਸ ਲਈ ਜਿੰਨੇ ਨੰਬਰ ਦਿੱਤੇ ਹੁੰਦੇ ਆ ਨਾ, ਉਹ ਤੋਂ ਇੱਕ ਘੱਟ ਲੈ ਕੇ ਆਪਾਂ ਡਿਸਟੈਂਸ ਨਾਲ ਮਲਟੀਪਲਾਈ ਕਰਨਾ ਹੁੰਦਾ ਵਾ, ਠੀਕ ਹੈ। ਹੁਣ ਦੇਖੋ 12 ਦਿੱਤੇ ਆ, ਮੈਂ 11 ਲਾਉਂਗਾ ਤੇ ਡਿਸਟੈਂਸ ਕਿੰਨਾ ਵਾ 2, ਇੱਥੇ ਮੇਰੇ ਕੋਲ ਆ ਗਿਆ 22 ਮੀਟਰ। ਪਰ ਇੱਕ ਚੀਜ਼ ਉਹਨੇ ਹੋਰ ਦੱਸੀ ਹੋਈ ਆ, ਉਹ ਕੀ ਕਹਿ ਰਿਹਾ ਵਾ, ਕਹਿੰਦਾ ਲੈਫਟ ਹੈਂਡ ਤੋਂ ਹਰ ਸਾਈਡ ਤੋਂ 1 ਮੀਟਰ ਦਾ, ਅੱਛਾ 1 ਮੀਟਰ, ਉਹ ਕਹਿੰਦਾ ਕਿ ਜਦੋਂ ਟਰੀ ਲੱਗੇ ਨਾ ਸਾਈਡਾਂ ਤੋਂ 1-1 ਮੀਟਰ ਦਾ ਡਿਸਟੈਂਸ ਹੈ। ਇਹਦਾ ਮਤਲਬ ਇੱਥੋਂ ਦੀ ਲੈ ਕੇ 1 ਤੋਂ ਲੈ ਕੇ 12 ਤੱਕ ਤਾਂ 22 ਮੀਟਰ ਹੈ, ਇੱਥੋਂ ਦੀ ਇੱਥੇ ਤੱਕ ਤੇ ਦੇਖੋ ਇੱਥੋਂ ਦੀ ਇੱਥੇ ਤੱਕ ਤੇ ਇੱਥੋਂ ਦੀ ਇੱਥੇ ਤੱਕ ਜਿਹੜਾ ਡਿਸਟੈਂਸ ਹੈਗਾ ਨਾ, ਇਹ 1-1 ਮੀਟਰ ਦਾ। ਇਹਦਾ ਮਤਲਬ 1 ਮੀਟਰ ਇੱਥੇ, 1 ਮੀਟਰ ਇੱਥੇ, 2 ਮੀਟਰ ਪਲੱਸ 2, ਮੇਰੇ ਕੋਲ ਕਿੰਨਾ ਆ ਗਿਆ ਟੋਟਲ 24 ਮੀਟਰ, ਠੀਕ ਹੈ। ਸਿਮਿਲਰਲੀ ਹੁਣ ਉਹ ਇਹਦੀ ਗੱਲ ਕਰ ਰਿਹਾ ਵਾ 10 ਦੀ, ਮੈਂ 10 ਨਹੀਂ ਲਾਉਂਗਾ 9 ਲਾਉਂਗਾ, 9 × 2 ਕਿੰਨੇ ਹੁੰਦੇ ਆ 18। ਬਾਕੀ ਇੱਕ ਡਿਸਟੈਂਸ 1 ਸੈਂਟੀਮੀਟਰ ਦਾ ਡਿਸਟੈਂਸ ਛੱਡਿਆ ਹੋਇਆ ਵਾ, ਇੱਕ ਦਾ ਇੱਥੇ ਛੱਡਿਆ ਹੋਇਆ ਵਾ, 2 ਮੈਂ ਹੋਰ ਐਡ ਕਰ ਦੂੰਗਾ, 2 ਮੈਂ ਐਡ ਕੀਤੇ ਕਿੰਨੇ ਆ ਗਏ 20 ਆ ਗਏ। ਹੁਣ ਅਗਰ ਮੈਂ ਗੱਲ, ਸੌਰੀ ਆ 20 ਨਹੀਂ ਹੈਗਾ, 20 ਹੈਗਾ ਤੁਹਾਡੇ ਕੋਲ, ਆ ਚੀਜ਼ 20 ਆ, ਠੀਕ ਹੈ, ਆ ਚੀਜ਼ 20 ਆ। ਉਹ ਕਹਿੰਦਾ ਦੱਸੋ ਇਹ ਪੂਰੇ ਜਿਹੜਾ ਗਾਰਡਨ ਹੈਗਾ ਇਹਦਾ ਪੈਰੀਮੀਟਰ ਕਿੰਨਾ। ਦੇਖੋ ਲੰਬਾਈ ਮੇਰੇ ਕੋਲ ਹੋ ਗਈ 24 ਮੀਟਰ ਦੀ, ਲੰਬਾਈ ਮੇਰੇ ਕੋਲ ਕਿੰਨੀ ਹੋ ਗਈ 24 ਮੀਟਰ ਦੀ, ਲੈਂਥ ਹੋ ਗਈ 24 ਮੀਟਰ, ਬ੍ਰੈਡਥ ਮੇਰੇ ਕੋਲ ਹੈਗੀ ਹੈ 20 ਮੀਟਰ। ਪੈਰੀਮੀਟਰ ਦਾ ਫਾਰਮੂਲਾ ਕੀ ਹੁੰਦਾ ਵਾ 2 ਲੈਂਥ ਪਲੱਸ ਬ੍ਰੈਡਥ, ਲੈਂਥ ਪਲੱਸ ਬ੍ਰੈਡਥ ਨੂੰ 2 ਨਾਲ ਮਲਟੀਪਲਾਈ ਕਰ ਦੋ, ਇਹ ਕਿੰਨਾ ਆ ਗਿਆ 44 × 2 ਕਿੰਨਾ ਹੁੰਦਾ ਵਾ 88 ਮੀਟਰ, ਜਿਹੜਾ ਵਾ 88 ਮੀਟਰ ਕੀ ਹੈ ਮੇਰਾ ਆਨਸਰ, ਠੀਕ ਹੈ ਜੀ। ਇਹ ਲਾਸਟ ਕੁਐਸਚਨ ਸੀ ਮੇਨਸ ਦਾ, ਪਟਵਾਰੀ ਦਾ। ਨੈਕਸਟ ਦੇਖਦੇ ਹਾਂ ਆਪਾਂ ਐਕਸਾਈਜ਼ ਇੰਸਪੈਕਟਰ ਦੇ ਮੈਥਸ ਦੇ ਕੁਐਸਚਨ, ਰੀਜ਼ਨਿੰਗ ਦੇ ਕੁਐਸਚਨ, ਫਿਰ ਪੰਜਾਬ ਪੁਲਿਸ ਦੇ ਜਿੱਦਾਂ ਪੇਪਰਸ ਆ ਰਹੇ ਹੈਗੇ ਆ, SSC CGL ਵਗੈਰਾ ਜਾਂ ਬੈਂਕਿੰਗ ਦਾ, ਸਾਰੇ ਹੌਲੀ ਹੌਲੀ ਕਰਕੇ ਜੋ ਹੈ ਪੇਪਰ ਅਪਲੋਡ ਕਰਾਂਗੇ, ਪਲੱਸ ਜੋ ਕੋਰਸ ਹੈ ਉਹ ਵੀ ਸਟਾਰਟ ਕਰਾਂਗੇ, ਠੀਕ ਹੈ। ਥੈਂਕ ਯੂ।